ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਸਾਰਿਆਂ ਦਾ ਸਿਫਰਨਾਮਾ ਲੜੀ ਦੇ ਵਿੱਚ। ਸਿਫਰਨਾਮਾ ਭਾਗ 2 ਗੁਲਾਬੀ ਤਾਰੇ। ਤੁਸੀਂ ਸੁਣ ਰਹੇ ਹੋ ਸਿਫਰਨਵੀਸ ਨੂੰ ਅਤੇ ਅੱਜ 9ਵਾਂ ਐਪੀਸੋਡ ਹੈ ਅਤੇ 9ਵੇਂ ਐਪੀਸੋਡ ਤੱਕ ਕਹਾਣੀ ਜਿੱਥੇ ਤੱਕ ਪਹੁੰਚੀ ਸੀ ਉਸ ਤੋਂ ਅੱਗੇ ਗੱਲ ਸ਼ੁਰੂ ਕਰਨੀ ਹੈ। ਅਤੇ ਜਿੱਥੇ ਤੱਕ ਅਸੀਂ ਕੱਲ੍ਹ ਪਹੁੰਚੇ ਸੀ 8ਵੇਂ ਐਪੀਸੋਡ ਤੱਕ, ਉਹ ਪਾਲੀ ਦੇ ਜ਼ਮਾਨਤ ਤੇ ਰਿਹਾ ਨਾ ਹੋਣ ਤੱਕ ਦਾ ਸਫ਼ਰ ਸੀ। ਐਡਵੋਕੇਟ ਚਰਨਜੀਤ ਸਿੰਘ ਆਪਣੀ ਪੂਰੀ ਵਾਹ ਲਗਾ ਕੇ ਵੀ ਹਾਰ ਗਿਆ ਸੀ ਕਿਉਂਕਿ ਕੋਰਟ ਵਿੱਚ ਪਾਲੀ ਨੇ ਆਪਣੀ ਸਹਿਮਤੀ ਨਹੀਂ ਪ੍ਰਗਟਾਈ। ਪਾਲੀ ਦਾ ਤਰਕ ਕੀ ਸੀ ਚਰਨਜੀਤ ਦੇ ਸਮਝ ਨਾ ਆਇਆ ਤੇ ਨਿੰਮੀ ਤੋਂ ਚਰਨਜੀਤ ਕਾਫੀ ਹੱਦ ਤੱਕ ਨਿਰਾਸ਼ਤਾ ਸਹਿੰਦਾ। ਹੁਣ ਅੱਗੇ ਦਾਸਤਾਂ ਅੱਗੇ ਵੱਧਦੀ ਹੈ ਉਸ ਸਫ਼ਰ ਵੱਲ ਜਿੱਥੋਂ ਸਿਫਰਨਾਮਾ ਅਸਲੀ ਆਗਾਜ਼ ਸ਼ੁਰੂ ਹੋਣਾ ਹੈ। ਸਿਫਰਨਾਮਾ ਬੇਸ਼ੱਕ ਇਸ ਤੋਂ ਬਾਅਦ ਗੁਲਾਬੀ ਤਾਰੇ ਭਾਗ ਦੇ ਰੂਪ 'ਚ ਮੁੱਕ ਜਾਏਗਾ ਥੋੜ੍ਹੇ ਐਪੀਸੋਡਾਂ ਤੱਕ, ਪਰ ਜਿਹੜਾ ਕੇਂਦਰੀ ਭਾਵ ਹੈ ਉਹ ਬਹੁਤ ਵਿਆਪਕ ਵੀ ਹੈ ਅਤੇ ਬਹੁਤ ਲੰਬਾ ਵੀ ਹੈ। ਉੱਥੇ ਤੱਕ ਪਹੁੰਚਣ ਲਈ ਸ਼ਾਇਦ ਸਾਨੂੰ ਹੋਰ ਬਹੁਤ ਉਪਰਾਲੇ ਕਰਨੇ ਪੈਣਗੇ। ਹਾਲੇ ਤੇ ਕੱਚ ਦੀ ਕਿਰਕ ਤੇ ਮੱਖਣ ਦੀ ਮੱਲਮ ਕਿਵੇਂ ਸਾਡੇ ਜ਼ਖਮਾਂ ਨੂੰ ਠਾਰਦੀ ਹੈ ਜਾਂ ਸਾੜਦੀ ਹੈ, ਇਹ ਵੇਖਣਾ। ਬੋਲਾਂਪੁਰ ਦੇ ਵੱਡੇ ਘਰ ਵਿੱਚ ਅੱਜ ਫੇਰ ਰੌਣਕ ਲੱਗੀ ਹੋਈ। ਸਾਰਿਆਂ ਨੂੰ ਉਮੀਦ ਤੇ ਚਾਅ ਸੀ। ਇੱਕ ਪਾਸੇ ਇਲਾਕੇ ਦੇ ਸਿਆਸਤਦਾਨ ਤੇ ਡਾਢੇ ਰਸੂਖਦਾਰ ਹਰਚਰਨ ਸਿੰਘ ਦੇ ਮੁੜ ਸਥਾਪਿਤ ਹੋਣ ਦੇ ਆਸਾਰ ਬਣ ਰਹੇ ਸੀ। ਆਨੰਦਪੁਰ ਤੋਂ ਹਵਾਵਾਂ ਬਦਲ ਰਹੀਆਂ ਸੀ। ਆਲੇ ਦੁਆਲੇ ਰੌਲਾ ਪੈ ਰਿਹਾ ਸੀ ਕਿ ਆਉਣ ਵਾਲੇ ਦਿਨ ਵਿੱਚ ਕੀ ਹੋਣਾ ਹੈ, ਰੈਲੀ ਹੈ ਜਾਂ ਕੀ ਕੁਝ। ਬੋਲਾਂਪੁਰ ਦੀ ਉਸ 25 ਕਿੱਲੇ ਜ਼ਮੀਨ ਵਿੱਚ ਟਰੈਕਟਰਾਂ ਦਾ ਵਾਹਣ ਚੱਲ ਰਿਹਾ ਸੀ। ਪਿੰਡ ਦੀ ਪੰਚਾਇਤ ਤੇ ਨੌਜਵਾਨਾਂ ਦਾ ਵਿਵਸਥਿਤ ਕਾਰਜ ਬੜਿਆ ਸਹਿਜੇ ਫੈਲ ਰਿਹਾ ਸੀ। ਇੱਕ ਟਰੈਕਟਰ ਧੂੜਾਂ ਪੱਟਦਾ ਹੋਇਆ ਬੀਹੀ ਤੋਂ ਖੇਤਾਂ ਵਿੱਚ ਦਾਖਲ ਹੋਇਆ ਤਾਂ ਸਾਰੇ ਸਹਿਜ ਵਿੱਚ ਜੋਸ਼ ਤੇ ਉਬਾਲ ਚੜ੍ਹਿਆ। ਖੇਤ ਦੇ ਅੱਧ ਵਿਚਕਾਰ ਜਾ ਕੇ ਟਰੈਕਟਰ ਰੁਕ ਗਿਆ। ਸਾਰਿਆਂ ਦੀ ਉਸ ਡਰਾਈਵਰ ਦੇ ਨਾਲ ਫਤਿਹ ਦੀ ਸਾਂਝ ਪੈਂਦੀ ਹੈ। ਧਰਮਾ ਆਪਣੇ ਖਿੱਤੇ ਵਿੱਚ ਖੜਾ ਨਜ਼ਰੀ ਆ ਰਿਹਾ ਸੀ ਤੇ ਇਸ ਨਜ਼ਾਰੇ ਨੂੰ ਵੇਖ ਰਿਹਾ ਸੀ। ਇਹ ਉਹੀ ਪੈਲੀ ਸੀ ਜਿਸ ਦਿਨ ਜਦੋਂ ਸਰਦਾਰ ਬਹਾਦਰ ਹਰਨਾਮ ਸਿੰਘ ਨੇ ਧੌਲਾਂ ਦਾ ਵੱਗ ਕਹਿਰ ਢਾਉਣ ਲਈ ਛੱਡਿਆ ਸੀ। ਮਾਂ ਬਾਪੂ ਦੀ ਲਾਸ਼ਾਂ ਇੱਥੇ ਹੀ ਡਿੱਗੀਆਂ ਪਈਆਂ ਸੀ। ਤਰਸੇਮ ਸਿੰਘ ਆਪਣਾ ਹੀ ਭਰਾ ਜਾਨ ਦਾ ਖੌਅ ਬਣਿਆ ਖੜਾ ਸੀ। ਅੱਜ ਜਿੰਨੀ ਵੀ ਨਿਗਾਹ ਪਵੇ ਤਮਾਮ ਲੋਕ ਸਤਿਕਾਰ ਨੂੰ ਖੜੇ ਸੀ। ਪੁਲਿਸ ਫੋਰਸਾਂ ਤਿਆਰੀਆਂ ਦਾ ਜ਼ੋਰ ਵਧਾ ਰਹੀਆਂ ਸਨ ਤੇ ਲੋਕ ਆਣ ਖੜੇ। ਪਿੰਡ ਦਾ ਇੱਕ ਬੰਦਾ ਕਹਿਣ ਲੱਗਾ, ਬਾਈ ਜੀ ਕੱਲ੍ਹ ਨੂੰ ਕੀ ਹੋਣ ਜਾ ਰਿਹਾ ਇੱਥੇ ਸਾਡੇ ਵਿੱਚ ਉਹ ਲੋਕ ਕਿਉਂ ਬੁਲਾਏ ਗਏ ਨੇ ਜਿਹੜੇ ਵਿਰੋਧੀ ਨੇ। ਧਰਮਾ ਕਹਿਣ ਲੱਗਾ, ਵੀਰਿਆ ਵਕਤ ਹੈ ਇਹ, ਥਾਂ ਵੀ ਉਹੀ, ਲੋਕ ਵੀ ਤਕਰੀਬਨ ਉਹੀ। ਜਿਨ੍ਹਾਂ ਨਾਲ ਕੱਲ੍ਹ ਨੂੰ ਖੁੱਲ੍ਹੀ ਕਚਹਿਰੀ ਲੱਗਣੀ, ਉਹਨਾਂ ਨੂੰ ਵਕਤ ਤੇ ਹਾਲਾਤਾਂ ਨੇ ਕਿੰਨਾ ਨਪੀੜਿਆ ਕਿ ਸਾਰੇ ਦਾ ਸਾਰਾ ਲਾਣਾ ਮਜਬੂਰ ਹੋ ਗਿਆ ਇੱਥੇ ਆਉਣ ਨੂੰ। ਕੱਲ੍ਹ ਨੂੰ ਸਭ ਨਿਤਰੇਗਾ ਇੱਥੇ। ਸਮੇਂ ਦੀ ਹਰ ਮਾਰ ਸਹੇੜੀ ਹੈ। ਗਵਾਉਣ ਨੂੰ ਮੇਰੇ ਕੋਲ ਕੁਝ ਨਹੀਂ ਬਚਿਆ। ਬਸ ਇਹ ਵੇਖਣਾ ਕਿ ਮਾਝੇ ਮਾਲਵੇ ਤੇ ਦੁਆਬੇ ਦੀ ਜੰਗ ਵਿੱਚ ਪੰਜਾਬੀਅਤ ਕਿਹਨਾਂ ਦੇ ਵਹਿਣਾਂ 'ਚ ਵਗਦੀ ਹੈ। ਪਰ ਇਹ ਸੇਕ ਬਹੁਤ ਤਿੱਖਾ ਲੱਗ ਰਿਹਾ ਸਭ ਨੂੰ। ਦੁਪਹਿਰ ਵੇਲੇ ਸਰਦਾਰ ਸੁਰਜੀਤ ਸਿੰਘ ਦੀ ਰਿਹਾਈ ਹੋਈ, ਜਿਹਨੂੰ ਲੈਣ ਲਈ ਕਮਲਜੀਤ ਕੌਰ ਤੇ ਧੀ ਗੁਰਮੀਤ ਕੌਰ ਜੇਲ੍ਹ ਤੋਂ ਬਾਹਰ ਪਹੁੰਚੇ ਹੋਏ ਸਨ। ਗੁਰਚਰਨ ਸਿੰਘ ਦੀ ਰਿਹਾਈ ਇੱਕ ਦਿਨ ਮੁਲਤਵੀ ਕੀਤੀ ਗਈ ਸੀ। ਸ਼ਾਇਦ ਉਹਨੇ ਖੁਦ ਕਰਵਾਈ ਸੀ।
ਤੁਰੇ ਜਾਂਦੇ ਸੁਰਜੀਤ ਨੂੰ ਗੁਰਚਰਨ ਨੇ ਇੱਕੋ ਗੱਲ ਕਹੀ ਕਿ ਤੁਹਾਡਾ ਤੇ ਧਰਮੇ ਦਾ ਮਕਸਦ ਹੁਣ ਬਾਹਰ ਘੁੰਮ ਰਹੀ ਅਵਾਰਾ ਭੀੜ ਨੂੰ ਘਰਾਂ ਵਿੱਚ ਬਹਾਲਣਾ ਹੈ। ਕੌਣ ਕਿੱਥੇ ਤੇ ਕਿੰਨੇ ਤਸੀਹੇ ਸਹਿੰਦਾ ਹੈ, ਇਸ ਦੀ ਇੱਕ ਪਲ ਵੀ ਫਿਕਰ ਨਹੀਂ ਕਰਨੀ। ਦੂਜੇ ਪਾਸੇ ਦਿੱਲੀ ਵਾਲੀ ਗਲੀਆਂ 'ਚ ਪੈਦਲ ਕਦਮ ਤਾਲ ਮਿਲਾਉਂਦੇ ਹੋਏ ਚਰਨਪ੍ਰੀਤ ਸਿੰਘ, ਪ੍ਰਦੀਪ ਕੌਰ ਤੁਰੇ ਜਾ ਰਹੇ ਨੇ। ਭੀੜ ਬਹੁਤ ਸਖਤ ਦਿਲ ਹੁੰਦੀ ਹੈ, ਪਰ ਭੀੜ 'ਚ ਗਵਾਚਣ ਤੋਂ ਵਧੀਆ ਹੋਰ ਥਾਂ ਨਹੀਂ ਹੁੰਦੀ। ਟੀਵੀ ਚੈਨਲ ਪੰਜਾਬ, ਹਰਿਆਣਾ, ਝਾਰਖੰਡ, ਬਿਹਾਰ ਤੇ ਬੰਗਾਲ ਸੂਬਿਆਂ ਵੱਲੋਂ ਮਚਾਏ ਜਾ ਰਹੇ ਰੋਸ ਮੁਜ਼ਾਹਰਿਆਂ ਦੇ ਵਿਸਫੋਟਕ ਹਾਲਾਤਾਂ ਦੇ ਅਸਾਰ ਦਿਖਾ ਰਹੇ ਨੇ ਤੇ ਲੋਕਾਂ ਦੀ ਫਿਕਰਮੰਦ ਨਜ਼ਰਾਂ ਬਹੁਤ ਪੱਖਾਂ ਨੂੰ ਵਿਚਾਰ ਰਹੀਆਂ ਨੇ। ਖੈਰ, ਇਹ ਸਭ ਤੋਂ ਵੱਧ ਫਿਕਰ ਵਾਲੀ ਗੱਲ ਦਾ ਜ਼ਿਕਰ ਕਰਦੇ ਹੋਏ ਘਰ ਦੀ ਡੋਰਬੈਲ ਵਜਾਉਂਦੇ ਨੇ। ਅੰਦਰ ਬੈਠਕ ਵਿੱਚ ਤਰਨਜੀਤ ਸਿੰਘ, ਸਰਬਜੀਤ ਕੌਰ ਤੇ ਅਮਨਪ੍ਰੀਤ ਸਿੰਘ ਮਨਿੰਦਰ ਨਾਲ ਬੈਠੇ ਹੋਏ ਨੇ। ਪਰਮਜੀਤ ਚਰਨਪ੍ਰੀਤ ਤੇ ਪ੍ਰਦੀਪ ਨੂੰ ਬਹਿਣ ਲਈ ਕਹਿ ਕੇ ਰਸੋਈ ਵੱਲ ਤੁਰ ਜਾਂਦੀ ਹੈ। ਤਰਨਜੀਤ ਸਿੰਘ ਗੱਲ ਸ਼ੁਰੂ ਕਰਦਾ ਹੈ। ਕਿੰਨਾ ਕੁਝ ਖਿੰਡਾ ਕੇ ਬਾਹਰ ਲੈ ਆਏ ਹੋ ਪ੍ਰੋਫੈਸਰ ਸਾਹਿਬ। ਹੁਣ ਤੁਹਾਡੀ ਕਹਾਣੀ ਕਿਹੜਾ ਮੋੜ ਲਏਗੀ, ਇਹ ਵੀ ਕਿਰਪਾ ਕਰ ਦਿਓ। ਸਰਬਜੀਤ ਦਾ ਬੁਝਿਆ ਚਿਹਰਾ ਵੀ ਹੁਣ ਬਹੁਤ ਕੁਝ ਦੱਸ ਰਿਹਾ ਸੀ। ਪਰਮਜੀਤ ਦੁੱਧ ਦਾ ਗਲਾਸ ਲਿਆ ਕੇ ਧਰਦੀ ਹੈ। ਚਰਨਪ੍ਰੀਤ ਸਾਰਿਆਂ ਵੱਲ ਵੇਖਦਾ ਹੋਇਆ ਕਹਿਣ ਲੱਗਾ, ਹੋਇਆ ਕੀ ਹੈ? ਆਖਰ ਹੁਣ ਸੋਚਣ ਦਾ ਵਕਤ ਕਿਹੜਾ ਬਚਿਆ ਭਲਾ? ਤੁਸੀਂ ਚੌਹਾਂ ਨੇ ਉੱਥੇ ਕੱਲ੍ਹ ਮੌਕਾ ਸੰਭਾਲਣਾ ਹੈ। ਉੱਧਰ ਮਨਜਿੰਦਰ ਤੇ ਸੁਰਮਣੀ ਵੀ ਕਾਲਜ ਦੀ ਵਿੰਗ ਤੇ ਜਲੰਧਰ ਦੇ ਸਾਰੇ ਕਾਲਜਾਂ ਦੇ ਸੀਨੀਅਰ ਵਿਦਿਆਰਥੀਆਂ ਨਾਲ ਤਿਆਰੀ ਸਮੇਤ ਪਹੁੰਚ ਰਹੇ ਨੇ। ਸਰਬਜੀਤ ਹੱਸ ਪਈ, ਕਹਿਣ ਲੱਗੀ, ਕੋਈ ਕਾਲਜ ਵਿੱਚੋਂ ਖਬਰ ਆਈ ਹੈ ਕਿ ਕੁਲਜਿੰਦਰ ਨੇ ਮਨਜਿੰਦਰ ਨੂੰ ਡਰਾ ਕੇ ਰੋਕ ਲਿਆ ਹੈ। ਅਸੀਂ ਵੀ ਫੈਸਲਾ ਕੀਤਾ ਹੈ ਬੱਚਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਉੱਥੇ ਬੁਲਾ ਕੇ, ਪਰ ਸਾਡੇ ਹੱਥ ਹੋਰ ਕੱਚੇ ਨੇ। ਯੂਥ ਵਿੰਗ ਦੀ ਜ਼ਰੂਰਤ ਪੈਂਦੀ ਹੀ ਹੈ, ਪਰ ਹੁਣ ਇੱਥੇ ਕਿਹਨੂੰ ਕਿਵੇਂ ਸਮਝਾਈਏ? ਨਾਲੇ ਤੁਸੀਂ ਦੋਵੇਂ ਕਿਵੇਂ ਨਹੀਂ ਜਾਓਗੇ ਭਲਾ? ਉੱਥੇ ਤੁਹਾਡਾ ਹੋਣਾ ਸਭ ਤੋਂ ਵੱਧ ਜ਼ਰੂਰੀ ਹੈ। ਮਨਿੰਦਰ ਹਲਕੀ ਜਿਹੀ ਗੰਭੀਰ ਆਵਾਜ਼ ਵਿੱਚ ਬੋਲੀ, ਨਹੀਂ, ਇਸ ਵਕਤ ਜੰਗ ਰਿਸ਼ਤਿਆਂ ਦੀ ਨਹੀਂ, ਸਿੱਧੀ ਸਮਾਜਿਕ ਹੈ। ਅਦਾਲਤ ਦੀ ਸਜ਼ਾ ਵੇਲੇ ਵੇਖ ਲਵਾਂਗੇ ਐਡਵੋਕੇਟ ਸਰੂਪ ਸਿੰਘ ਤੇ ਜਗਦੇਵ ਸਿੰਘ ਨੂੰ, ਪਰ ਸਾਡੇ ਸਮਾਜ ਨਾਲ ਇਹਨਾਂ ਨੂੰ ਕੀ ਭਾ? ਤੁਸੀਂ ਰਾਜਨੀਤੀ ਦੇ ਖੇਤਰ ਦੇ ਵਿਸ਼ੇ ਸਾਂਭੇ ਹੋਏ ਨੇ, ਖੇਤੀਬਾੜੀ ਵੀ। ਮੈਂ ਤੇ ਅਮਨ ਵੈਸੇ ਹੀ ਵਕਾਲਤ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ, ਇਸ ਲਈ ਇੰਦਰਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਵਾਹ ਲਗਾਉਣੀ ਹੈ। ਇੰਦਰਪਾਲ ਸਿੰਘ ਦਾ ਜ਼ਿਕਰ ਸੁਣ ਕੇ ਤਰਨਜੀਤ ਇੱਕਦਮ ਬੋਲੇ, ਉਹ ਤਾਂ ਕੱਲ੍ਹ ਹੀ ਕੇਸ ਹਾਰ ਗਿਆ, ਕੱਲ੍ਹ ਦੁਬਾਰਾ ਚੱਕਿਆ ਸੀ ਕਿਸੇ ਨੇ। ਜਵਾਬ ਵਿੱਚ ਅਮਨਪ੍ਰੀਤ ਕਹਿਣ ਲੱਗਾ, ਨਾ, ਹਾਰਿਆ ਨਹੀਂ, ਉਹ ਜਿੱਤਿਆ ਏ। ਜੇ ਪੈਰੋਲ ਮਿਲ ਜਾਂਦੀ ਤਾਂ ਉਹਨੂੰ ਜੇਲ੍ਹ ਪਰਤਣਾ ਪੈਣਾ ਸੀ, ਪਰ ਕਾਨੂੰਨਨ ਉਸ ਦੀ ਸਜ਼ਾ ਖਤਮ ਹੋ ਚੁੱਕੀ ਹੈ, ਇਸ ਲਈ ਉਹਦੀ ਸੁਣਵਾਈ ਨਹੀਂ, ਰਿਹਾਈ ਹੀ ਹੋਏਗੀ। ਅੱਗੋਂ ਪ੍ਰਦੀਪ ਪੂਰੀ ਗੱਲ ਕਰਦੀ ਹੋਈ ਬੋਲੀ, ਨਾਲੇ ਹੁਣ ਚਿਹਰੇ ਮੁਰਝਾਉਣ ਦਾ ਵਕਤ ਨਹੀਂ। ਕੱਲ੍ਹ ਦੀ ਬਹਿਸ ਵੇਲੇ ਹਰ ਪੱਖ ਦੇ ਵਿਚਾਰਾਂ ਦੇ ਨਾਲ ਸਬੂਤ ਵੀ ਰੱਖਣੇ ਪੈਣਗੇ ਤੇ ਤੱਥ ਵੀ। ਸਾਡੀਆਂ ਸਾਰੀਆਂ ਮਿਹਨਤਾਂ ਦਾ ਬਹੁਤ ਸਸਤਾ ਮੁੱਲ ਹੈ ਤੇ ਅਸਲ ਭਾਗ ਉਹਨਾਂ ਬੰਦਿਆਂ ਦੀ ਮਿਹਨਤ ਦਾ ਹੈ ਜਿਨ੍ਹਾਂ ਸਭ ਕੁਝ ਹੰਢਾਇਆ ਤੇ ਉਹਨਾਂ ਨੂੰ ਹਜੇ ਵੇਖਣਾ ਬਾਕੀ ਹੈ। ਉਹ ਜਿਉਂਦੇ ਜਾਗਦੇ ਨੇ। ਸਾਡੇ ਲਈ ਇਹ ਕਿਸੇ ਸੁਭਾਗ ਤੋਂ ਘੱਟ ਨਹੀਂ। ਉਹ ਕੀ ਤਾਕਤ ਰੱਖਦੇ ਸੀ, ਇਹ ਹੁਣ ਵੇਖਣ ਤੇ ਵਿਚਾਰਨ ਦਾ ਵੇਲਾ ਹੈ। ਵੇਖੋਗੇ ਨਹੀਂ? ਸਾਰਿਆਂ ਦੀ ਗੱਲਬਾਤ ਸੁਣਦੀ ਹੋਈ ਪਰਮਜੀਤ ਕਹਿਣ ਲੱਗੀ, ਹਜੇ ਤਾਂ ਅਸਲ ਕਹਾਣੀ ਤੁਹਾਡੇ ਸਾਰਿਆਂ ਤੋਂ ਦੂਰ ਹੈ। ਤੁਸੀਂ ਸਾਰੇ ਅਸਲ ਕਹਾਣੀ ਤੋਂ ਅਣਜਾਣ ਹੋ, ਬਿਲਕੁਲ ਅਣਜਾਣ। ਇਹ ਗੱਲ ਸੁਣ ਕੇ ਸਵਾਲੀਆ ਨਜ਼ਰਾਂ ਸਾਰਿਆਂ ਦੀਆਂ ਉਹਦੇ ਵੱਲ ਹੋ ਗਈਆਂ। ਤਰਨਜੀਤ ਦਾ ਇਸ ਸਵਾਲ ਉੱਤੇ ਪ੍ਰਤੀਕਰਮ ਸੀ, ਹੋਰ ਕਿਹੜੀ ਖੇਡ ਬਾਕੀ ਹੈ ਹੁਣ? ਚਰਨਪ੍ਰੀਤ ਕੁਝ ਤਲਖ ਜਿਹੇ ਰੁੱਖ ਵਿੱਚ ਬੋਲਿਆ, ਬਾਈ ਜੀ ਇੰਨੇ ਤੰਗ ਮਹਿਸੂਸ ਕਰਦੇ ਪਏ ਹੋ ਤਾਂ ਆਰਾਮ ਨਾਲ ਘਰ ਬਹਿ ਜਾਓ। ਤੁਹਾਡੀ ਥਾਵੇਂ ਮੈਂ ਤੇ ਪ੍ਰਦੀਪ ਚਲੇ ਜਾਂਦੇ ਹਾਂ, ਅਮਨ ਇੱਧਰ ਸੰਭਾਲ ਲਏਗਾ। ਤਰਨਜੀਤ ਨੇ ਜਵਾਬ ਦਿੱਤਾ, ਵੇਖ ਬਈ ਬਲੈਤੀ ਪਾੜਿਆ, ਮੈਨੂੰ ਪਤਾ ਹੈ ਤੂੰ ਕਹਾਣੀ ਪਿੱਛੇ ਆਸ਼ਕਾਂ ਵਾਂਗੂ ਪੈਂਦਾ ਹੈ, ਇਸ ਲਈ ਤੇਰੇ ਚਸਕੇ ਦਾ ਤਾਂ ਕੋਈ ਇਲਾਜ ਹੈ ਨਹੀਂ, ਪਰ ਮੈਨੂੰ ਆਪਣਾ ਆਪ ਇੰਨਾ ਵਿਅਰਥ ਲੱਗ ਰਿਹਾ ਜਿਵੇਂ ਸਾਰਾ ਕੁਝ ਪਹਿਲੋਂ ਹੀ ਤੈਅਸ਼ੁਦਾ ਚੱਲ ਰਿਹਾ ਤੇ ਅਸੀਂ ਬਸ ਪੈਕਟ ਫਰੋਲ ਵੇਖੀ ਜਾ ਰਹੇ ਹਾਂ।
ਹੋਰ ਸਾਡੇ ਵੱਸ ਕੁਝ ਦਿਸਦਾ ਪਿਆ? ਕਾਲਜਾਂ ਦੀ ਸਾਰੀ ਪ੍ਰਧਾਨਗੀ ਦਾ ਰੌਲਾ ਐਤਕੀ ਸੂਬੇ ਦੇ ਗ੍ਰਹਿ ਮੰਤਰੀ ਦੇ ਇਸ਼ਾਰੇ ਉੱਤੇ ਚੱਲ ਰਿਹਾ। ਉੱਤੋਂ ਕੁਲਜਿੰਦਰ ਉਹਨਾਂ ਦੀ ਸਰਪ੍ਰਸਤੀ ਵਿੱਚ ਕੱਲ੍ਹ ਅਨੰਦਪੁਰ ਖੜਾ ਹੋਏਗਾ। ਕੁਲਜਿੰਦਰ ਤੇ ਦਮਨਜੀਤ ਜਿੱਥੇ ਖੜੇ ਹੋਣ, ਉਹਦੀ ਕਹਾਣੀ ਕਿੱਧਰ ਮੋੜ ਲੈਂਦੀ ਹੈ, ਇਹ ਤੇਰੇ ਤੋਂ ਲੁਕਵੀਂ ਤਾਂ ਨਹੀਂ ਹੈ। ਸਾਡੇ ਕਰਨ ਵਾਲੇ ਸਾਰੇ ਕੰਮ ਕਿਤੋਂ ਹੋਰੋਂ ਮੋਨੀਟਰ ਹੁੰਦੇ ਪਏ ਨੇ। ਉਹਨਾਂ ਦੀ ਹੋਂਦ ਲਾਟ ਬਣ ਵੱਧ ਰਹੀ ਹੈ, ਉਹ ਕਿਸੇ ਨੂੰ ਨਹੀਂ ਦਿਸਦੀ। ਕਾਇਦੇ ਹਮੇਸ਼ਾ ਤੰਗ ਹੀ ਹੁੰਦੇ ਨੇ ਸਫਲਤਾ ਲਈ, ਤੇ ਜਾਨਵਰਾਂ ਨੂੰ ਹੀ ਖੁੱਲ੍ਹ ਹੁੰਦੀ ਹੈ ਬੇਲਗਾਮ ਘੁੰਮਣ ਦੀ। ਉਹਨਾਂ ਜਾਨਵਰਾਂ ਦਾ ਹਸ਼ਰ ਵੇਖਣ ਤੋਂ ਪਹਿਲਾਂ ਉਹਨਾਂ ਨੂੰ ਜੀਵਨਦਾਨ ਦੇਣਾ। ਪ੍ਰੋਫੈਸਰ ਤਰਨਜੀਤ ਸਿੰਘ ਜੀ, ਤੁਸੀਂ ਹੀ ਨਹੀਂ, ਤੁਹਾਡੀ ਨਿਗਾਹ 'ਚ ਜਿਹੜੇ ਅਵਾਰਾ ਜਾਨਵਰ ਨੇ ਉਹ ਵੀ ਕਿਸੇ ਇਸ਼ਾਰੇ 'ਚ ਹੀ ਚੱਲ ਰਹੇ ਨੇ, ਪਰ ਤੁਸੀਂ ਲੱਗਦਾ ਆਪਣੇ ਉੱਪਰੋਂ ਵਿਸ਼ਵਾਸ ਗਵਾ ਚੁੱਕੇ ਹੋ। ਪਰਮਜੀਤ ਦੀ ਗੱਲ ਹੁਣ ਮੁੱਕਦੇ ਰੂਪ ਵਿੱਚ ਉੱਠੀ ਸੀ। ਤਰਨਜੀਤ ਉੱਠ ਖੜਿਆ, ਕਹਿੰਦਾ, ਅਸਲ 'ਚ ਮੇਰਾ ਖਿਆਲ ਹੈ ਸਾਨੂੰ ਚੱਲਣਾ ਚਾਹੀਦਾ, ਕਿਉਂਕਿ ਤੁਸੀਂ ਸਾਰਿਆਂ ਨੇ ਆਪਣੇ ਕੰਮਾਂ ਨੂੰ ਅੱਗੇ ਵਧਾ ਲਿਆ ਹੈ, ਜਿਹਦੇ 'ਚ ਜਿੱਤ ਹਾਰ ਤਾਂ ਪਤਾ ਨਹੀਂ, ਪਰ ਤੁਹਾਡੇ ਕੋਲ ਸਮਾਂ ਜ਼ਰੂਰ ਬਚਦਾ ਹੈ ਸੋਚਣ ਵਿਚਾਰਨ ਦਾ। ਪਰ ਮੈਨੂੰ ਤੇ ਸਰਬਜੀਤ ਨੂੰ ਵਕਤ ਦੀ ਸਖਤ ਕਮੀ ਹੈ, ਇਸ ਲਈ ਅਸੀਂ ਚੱਲਦੇ ਹਾਂ। ਤੁਸੀਂ ਆਪਣਾ ਖਿਆਲ ਰੱਖਿਓ, ਤੇ ਇੱਕ ਗੱਲ ਹੋਰ, ਕਦੇ ਵੀ ਇਹ ਵਹਿਮ ਨਾ ਰੱਖਿਓ ਕਿ ਮੈਂ ਤੁਹਾਡੇ ਤੋਂ ਨਾਰਾਜ਼ ਜਾਂ ਨਿਰਾਸ਼ ਹਾਂ। ਤੁਸੀਂ ਜੋ ਕੁਝ ਸਾਹਮਣੇ ਲਿਆਉਂਦਾ ਹੈ ਇਹ ਕਿਸੇ ਸੁਪਨੇ ਵਰਗਾ ਹੈ, ਤੇ ਮੈਂ ਇਹਨੂੰ ਹਕੀਕਤ ਬਣਦਾ ਵੇਖਣਾ ਚਾਹੁੰਦਾ। ਇਸ ਲਈ ਗੱਲ ਨੂੰ ਕਿਤੇ ਹੋਰ ਨਾ ਲੈ ਕੇ ਜਾਇਓ। ਗੁਰੂ ਫਤਿਹ। ਸਰਬਜੀਤ ਮਨਿੰਦਰ ਦੀ ਧੀ ਅੰਮ੍ਰਿਤ ਨੂੰ ਮੋਹ ਨਾਲ ਮਿਲਦੀ ਹੈ ਤੇ ਵਾਪਸ ਛੇਤੀ ਆਉਣ ਦਾ ਕਰਾਰ ਕਰਕੇ ਉਹ ਉੱਥੋਂ ਰੁਖਸਤ ਹੁੰਦੇ ਨੇ। ਮਨਿੰਦਰ ਪਰਮਜੀਤ ਨੂੰ ਸਵਾਲੀਆ ਨਜ਼ਰਾਂ ਨਾਲ ਵੇਖਦੀ ਰਹੀ। ਪਰਮਜੀਤ ਕਹਿਣ ਲੱਗੀ, ਅਮਨ, ਭਾਬੀ ਨੂੰ ਕੋਈ ਵੱਡਾ ਸਕੈਨਰ ਮਿਲਿਆ ਲੱਗਦਾ ਹੈ। ਤੁਹਾਨੂੰ ਸਾਰੇ ਬੁੱਧੂਆਂ ਵਿੱਚੋਂ ਪ੍ਰਦੀਪ ਭੈਣ ਜੀ ਤੇ ਐਡਵੋਕੇਟ ਮਨਿੰਦਰ ਕੌਰ ਹੀ ਅਜਿਹੇ ਰੂਪ ਨਿਕਲੇ ਜਿਹੜੇ ਮੇਰੇ ਉੱਤੇ ਹਜੇ ਵੀ ਗਹਿਰੀ ਅੱਖ ਰੱਖਦੇ। ਬਾਕੀ ਸਾਰੇ ਹੱਸ ਪਏ, ਪਰ ਮਨਿੰਦਰ ਉਵੇਂ ਦੀ ਉਵੇਂ ਬੈਠੀ ਰਹੀ। ਅੰਮ੍ਰਿਤ ਨੂੰ ਆਪਣੀ ਗੋਦੀ ਵਿੱਚ ਬਿਠਾਉਂਦੀ ਹੋਈ ਉਹਨੂੰ ਬਾਹਾਂ 'ਚ ਸਮੇਟ ਲੈਂਦੀ ਹੈ। ਫਿਰ ਪ੍ਰਦੀਪ ਨੂੰ ਕਹਿਣ ਲੱਗੀ, ਮੈਨੂੰ ਇੰਨਾ ਹੀ ਪਤਾ ਲੱਗਿਆ ਕਿ ਤੁਸੀਂ ਜੋ ਕੁਝ ਵੀ ਕੀਤਾ ਹੈ ਉਹਦੇ 'ਚ ਮੇਰੀ ਧੀ ਨੂੰ ਇਸ ਕਲੇਸ਼ 'ਚੋਂ ਜਿਉਂਦੇ ਜਾਗਦੇ ਬਚਾਉਣ ਦੀ ਗੱਲ ਸੀ। ਇਹਨੂੰ ਤੁਸੀਂ ਸਿਆਣਪ ਨਹੀਂ, ਮੇਰੇ ਮੋਹ ਦਾ ਅੰਨਾਪਣ ਕਹੋ ਤਾਂ ਵਧੀਆ ਲੱਗੇਗਾ। ਬਾਕੀ ਮੈਨੂੰ ਸੱਚੀ ਕੁਝ ਵੀ ਸਮਝਣ ਵਿੱਚ ਕੋਈ ਵੀ ਦਿਲਚਸਪੀ ਨਹੀਂ। ਸਭ ਸੁਣ ਰਹੀ ਹਾਂ, ਜਿੰਨਾ ਸਹੀ ਲੱਗਦਾ ਉਹ ਕਰ ਰਹੀ ਹਾਂ। ਪਰਮਜੀਤ, ਪ੍ਰਦੀਪ, ਅਮਨਪ੍ਰੀਤ ਤੇ ਚਰਨਪ੍ਰੀਤ ਉਹਦੀ ਦਿਲੀ ਹਾਲਤ ਸਮਝ ਕੇ ਖਾਮੋਸ਼ ਹੋ ਗਏ। ਪਰਮਜੀਤ ਗੱਲ ਅੱਗੇ ਜਾਰੀ ਕਰਦੀ ਹੈ, ਮਿਹਨਤ ਤੇ ਕੁਰਬਾਨੀ ਬਹੁਤ ਸਾਰੇ ਰਾਹ ਸੰਵਾਰਦੀ ਹੁੰਦੀ ਹੈ। ਮਨਿੰਦਰ, ਇਹਨੂੰ ਸਮਝਣਾ, ਸਮਝਾਉਣਾ ਤੇ ਖੁਲਾਸੇ ਅਧੀਨ ਰੱਖਣਾ ਇੰਨਾ ਸੌਖਾ ਨਹੀਂ। ਕੱਲ੍ਹ ਇਕੱਲਾ ਕੁਲਜਿੰਦਰ ਧੜਾ ਹੀ ਉੱਥੇ ਖੌਰੂ ਨਹੀਂ ਪਾਏਗਾ, ਸਗੋਂ ਮਨਜਿੰਦਰ ਵੀ ਉੱਥੇ ਪਹੁੰਚ ਰਿਹਾ। ਗੁਰਮੀਤ ਦੀਦੀ ਦੀ ਨੀਤੀਆਂ ਸਿਆਸਤ ਵਿੱਚ ਕੱਚੀਆਂ ਨਹੀਂ। ਜਿੱਥੋਂ ਪ੍ਰਧਾਨ ਸਾਹਿਬ ਆਪਣੀ ਨਿਰਾਸ਼ਾ ਦੱਸ ਰਹੇ ਸੀ, ਉਹੀ ਮਨਜਿੰਦਰ ਉਹਨਾਂ ਤੋਂ ਵੀ ਲੁਕਵੇਂ ਰੂਪ ਵਿੱਚ ਸਾਰੀਆਂ ਯੂਥ ਵਿੰਗਾਂ ਨਾਲ ਸੰਪਰਕ ਕਿਵੇਂ ਬਣਾ ਗਿਆ, ਸੋਚੋਗੇ? ਨਹੀਂ ਸਮਝ ਆ ਰਿਹਾ ਨਾ? ਇਹੀ ਮਿਹਨਤ ਹੈ ਜਿਹੜੀ ਦਫਨ ਹੋਈ ਪਈ ਹੈ। ਇਹੀ ਉਹ ਮਿਹਨਤ ਹੈ ਜਿਹਨੂੰ ਸੰਭਾਲਣ ਲਈ ਇੰਦਰਪਾਲ ਸਿੰਘ ਜੀ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਲੋੜ ਹੈ। ਇਹਨਾਂ ਗੱਲਾਂ ਵਿੱਚ ਉਹਨਾਂ ਦੀ ਮਿਹਨਤ ਕਿਵੇਂ? ਮਨਿੰਦਰ ਦੇ ਸਵਾਲ ਤੋਂ ਪਰਮਜੀਤ ਫਿਰ ਖੁੱਲ੍ਹ ਕੇ ਬੋਲੀ, ਪਾਲੀ ਨੂੰ ਉਮਰ ਕੈਦ ਦਾ ਐਲਾਨ ਹੋਇਆ ਸੀ। ਉਦੋਂ ਸਰਦਾਰ ਗੁਰਚਰਨ ਸਿੰਘ ਨੂੰ ਵੀ ਅਣਐਲਾਨੀ ਕੈਦ ਵਿੱਚ ਰੱਖਿਆ ਗਿਆ। ਐਡਵੋਕੇਟ ਅਮਨਦੀਪ ਸਿੰਘ ਜੀ ਦੀ ਪਹਿਲੀ ਜ਼ਿੱਦ ਇਹੀ ਸੀ ਕਿ ਸੁਰਜੀਤ ਸਿੰਘ ਨੂੰ ਆਪਣੀ ਜ਼ਿੱਦ ਛੱਡਣੀ ਪਏਗੀ, ਪਰ ਸੁਰਜੀਤ ਸਿੰਘ ਉਹਨਾਂ ਸਮਿਆਂ ਵਿੱਚ ਨਿਰਾਸ਼ਤਾ ਦੀ ਇੰਤਹਾ ਹੰਢਾ ਰਹੇ ਸੀ। ਉਹ ਕੁਝ ਵੀ ਸਮਝਣ ਮੰਨਣ ਦੇ ਹਾਲ ਵਿੱਚ ਨਹੀਂ ਸੀ। ਇਹੀ ਜ਼ਿੱਦ ਕਰਕੇ ਗੁਰਮੀਤ ਭੈਣ ਜੀ ਵਕਾਲਤ ਉੱਤੇ ਉਤਰੇ, ਪਰ ਅਸਲ ਰਾਹ ਸਿਰਫ ਕਾਲਜ ਜਾਣ ਦਾ ਬਹਾਨਾ ਸੀ। ਇੰਦਰਜੀਤ ਸਿੰਘ ਖਾਲਸਾ ਕਾਲਜ ਵਿੱਚ ਵਿਦਿਆਰਥੀ ਵਜੋਂ ਦਾਖਲ ਹੋਇਆ, ਜਿੱਥੇ ਸਕੂਲੀ ਪੜ੍ਹਾਈ ਦੇ ਪੇਪਰ ਦੇਣ ਦੀ ਸ਼ਰਤ ਪੂਰੀ ਕਰ ਰਿਹਾ ਸੀ। ਵਿਹਲਾ ਸਮਾਂ ਇੰਦਰਜੀਤ ਦਾ ਤੇ ਇੰਦਰਪ੍ਰੀਤ ਕੌਰ ਦਾ ਕਾਲਜ ਦੇ ਵਿਦਿਆਰਥੀਆਂ ਨਾਲ ਇਸ ਬਹਿਸ ਵਿੱਚ ਲੰਘਦਾ ਕਿ ਕਾਲਜ ਦਾ ਮਾਹੌਲ ਕਿਵੇਂ ਤੇ ਕੀ ਢੰਗ ਵਰਤ ਕੇ ਬਦਲਣਾ ਜ਼ਰੂਰੀ ਹੈ। ਇਹ ਸਭ ਉੱਤੇ ਇੰਦੇ ਨੇ ਡਰਾਫਟ ਥੀਸਿਸ ਲਿਖ ਦਿੱਤਾ। ਪ੍ਰਿੰਸੀਪਲ ਡਾਕਟਰ ਅਨਮੋਲਕ ਸਿੰਘ ਅੱਗੇ ਉਹ ਡਰਾਫਟ ਰੱਖਿਆ ਗਿਆ ਕਿ ਪੰਜਾਬ ਦੀ ਆਰਥਿਕਤਾ ਤੇ ਸਮਾਜਿਕ ਹਾਲਾਤ ਬਾਰੇ
ਵਿਸ਼ਲੇਸ਼ਣ ਲਿਖ ਕੇ 112 ਪੰਨਿਆਂ ਦੀ ਰਿਪੋਰਟ ਲਿਖ ਦਿੱਤੀ ਗਈ ਹੈ। ਪਰ ਕਾਲਜ ਦੇ ਸਟਾਫ ਨੇ ਇਹ ਕਹਿ ਦਿੱਤਾ ਕਿ ਅੰਡਰ ਗ੍ਰੈਜੂਏਸ਼ਨ ਸਿਲੇਬਸ ਵਾਲੇ ਵਿਦਿਆਰਥੀ ਦੀ ਅਜਿਹੀ ਲਿਖਤ ਪ੍ਰਮਾਣਿਤ ਨਹੀਂ ਮੰਨੀ ਜਾਏਗੀ। ਪਰ ਪ੍ਰੀਤੀ ਨੇ ਉਹਨਾਂ ਕਾਗਜ਼ਾਂ ਦੇ ਪਰਚੇ ਬਣਵਾ ਕੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਸਮੇਤ ਮਾਝੇ ਦੇ ਸਾਰੇ ਕਾਲਜਾਂ ਵਿੱਚ ਆਪ ਜਾ ਕੇ ਵੰਡੇ। ਕਾਲਜਾਂ ਦੇ ਇਲੈਕਸ਼ਨ ਸਨ ਅਤੇ ਇਹਨਾਂ ਦੇ ਕਰਕੇ ਤਰਨਜੀਤ ਸਿੰਘ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਪ੍ਰੈਜ਼ੀਡੈਂਟ ਬਣੇ। ਅੰਮ੍ਰਿਤਸਰ ਵਿੱਚ ਤਰਨਜੀਤ ਸਿੰਘ ਦੀ ਵਿਰੋਧੀ ਪਾਰਟੀ ਦਾ ਲੀਡਰ ਕੁਲਜਿੰਦਰ ਸਿੰਘ ਪ੍ਰਧਾਨ ਬਣ ਗਿਆ ਸੀ, ਪਰ ਦਮਨਜੀਤ ਸਿੰਘ ਚੌਧਰੀ ਨਛੱਤਰ ਸਿੰਘ ਦੇ ਕਹੇ ਤੋਂ ਕੁਲਜਿੰਦਰ ਨੂੰ ਆਪਣੇ ਵੱਲ ਕਰ ਲੈਂਦਾ ਹੈ। ਉਹਦੇ ਤੋਂ ਪਹਿਲੇ ਕੁਲਜਿੰਦਰ ਸਿੰਘ ਤਰਨਜੀਤ ਦਾ ਖਾਸ ਹੋਇਆ ਕਰਦਾ ਸੀ। ਇੰਦਰਪ੍ਰੀਤ, ਇੰਦਰਜੀਤ ਤੇ ਐਡਵੋਕੇਟ ਅਮਨਦੀਪ ਸਿੰਘ ਦੰਪਤੀ ਦਾ ਸੜਕ ਹਾਦਸੇ ਦੇ ਨਾਲ ਹੋਈ ਗੋਲੀਬਾਰੀ ਵਿੱਚ 3 ਦਿਨਾਂ ਦੇ ਅੰਦਰ ਅਲੱਗ-ਅਲੱਗ ਥਾਵਾਂ 'ਤੇ ਹੋਇਆ ਕਤਲੇਆਮ ਇਸ ਸਾਰੀ ਕਹਾਣੀ ਦੀ ਪੱਟੀ ਮੇਸਣ ਲਈ ਕਾਫੀ ਸੀ। ਇਨਸਾਫ ਦਾ ਰਾਹ ਫਿਰ ਉਹੀ ਬੇਲਹਾਜ਼। ਉਸ ਤੋਂ ਬਾਅਦ ਹੁਣ ਤੱਕ ਦੇ ਤਮਾਸ਼ੇ ਨੂੰ ਮੈਂ ਵੀ ਵੇਖ ਰਹੀ ਹਾਂ, ਕੁਝ ਵੀ ਹੱਥ ਪੱਲੇ ਨਹੀਂ ਪਿਆ। ਇਹ ਕਹਿ ਕੇ ਪਰਮਜੀਤ ਕੁਝ ਚੁੱਪ ਹੋ ਗਈ। ਸਾਰੇ ਅਬੋਲ ਸਨ, ਸਮਝ ਨਹੀਂ ਆ ਰਹੀ ਸੀ ਕਿ ਕੀਤਾ ਕੀ ਜਾਵੇ। ਚਰਨਪ੍ਰੀਤ ਸਿੰਘ ਇੱਕ ਲੰਬਾ ਸਾਹ ਭਰਦਾ ਹੈ। ਇਸ ਹਿਸਾਬ ਨਾਲ ਹੁਣ ਕਰਨਾ ਕੀ ਚਾਹੀਦਾ? ਕੀ ਲੋਕ ਇਹ ਗੱਲਾਂ ਸਮਝਣਗੇ ਜਾਂ ਸ਼ਰੇਆਮ ਜ਼ਲੀਲ ਹੋ ਕੇ ਮੌਤ ਮਿਲੂ ਉਸ ਪਰਿਵਾਰ ਨੂੰ? ਸਭ ਤੋਂ ਮਹੱਤਵਪੂਰਨ ਗੱਲ, ਗੁਰਚਰਨ ਸਿੰਘ ਦਾ ਪਰਿਵਾਰ ਕੀਮਤੀ ਮਿਹਨਤ ਕਰਕੇ ਖੁਆਰ ਹੁੰਦਾ ਹੁੰਦਾ ਆਖਰੀ ਸਾਹਾਂ 'ਤੇ ਹੈ। ਪਤਾ ਮੈਨੂੰ ਵੀ ਨਹੀਂ ਇਹ ਸਭ ਕਿੱਥੋਂ ਤੱਕ ਜਾਣਾ ਹੈ, ਪਰ ਮੇਰਾ ਇਹ ਸਭ ਵਿੱਚ ਇੱਕ ਭਰੋਸਾ ਹੈ। ਇੰਦਰਪਾਲ ਸਿੰਘ ਦਾ ਇਸ ਸਭ ਕਾਸੇ ਵਿੱਚ ਕੁਝ ਵੀ ਕਰਨ ਦਾ ਇਰਾਦਾ ਨਹੀਂ। ਜੇ ਹੁੰਦਾ ਤਾਂ ਹੁਣ ਨੂੰ ਬਹੁਤ ਕੁਝ ਕਰ ਦੇਣਾ ਸੀ ਉਹਨੇ, ਪਰ ਕਿਸੇ ਲਈ ਵੀ ਕੋਈ ਮੋਹ ਨਹੀਂ ਉਹਦਾ, ਰਤਾ ਵੀ ਨਹੀਂ। ਅਮਨਪ੍ਰੀਤ ਕਹਿਣ ਲੱਗਾ, ਫੇਰ ਤਾਂ ਸਾਡੀ ਗੱਲ ਵੀ ਨਹੀਂ ਮੰਨਣੀ ਉਹਨੇ। ਇਹ ਫਿਕਰਮੰਦੀ ਸੋਚਾਂ ਦੀ ਸੂਈ ਹੋਰ ਰਾਹਾਂ ਵੱਲ ਘੁੰਮਦੀ ਹੈ। ਗੁੰਝਲਾਂ ਵਿੱਚ ਸਾਰੇ ਸੋਚ ਵਿਚਾਰ ਰਹੇ ਸੀ। ਪ੍ਰਦੀਪ ਕਹਿਣ ਲੱਗੀ, ਮਨਿੰਦਰ ਭੈਣੇ, ਕੀ ਤੁਹਾਡੇ ਕੋਲ ਕੋਈ ਅਜਿਹਾ ਰਾਹ ਹੈ ਜਿਹਦੇ ਨਾਲ ਅਮਨਪ੍ਰੀਤ ਦੀ ਵਕਾਲਤ ਦੀ ਡਿਗਰੀ ਤੇ ਕਾਗਜ਼ਾਤ ਮੁੜ ਬਹਾਲ ਹੋਣ? ਮਨਿੰਦਰ ਤੋਂ ਪਹਿਲਾਂ ਅਮਨਪ੍ਰੀਤ ਬੋਲ ਪਿਆ, ਭੈਣੇ, ਮਸਲਾ ਉਹ ਹੈ ਨਹੀਂ ਹੁਣ। ਜਗਦੇਵ ਦੀ ਫੱਟੀ ਪੋਚਣ ਨਾਲ ਮੇਰੀ ਵਾਪਸ ਬਹਾਲੀ ਹੋਈ ਪਈ ਹੈ। ਮੁੱਦਾ ਇਸ ਫਿਕਰ ਦਾ ਹੈ ਕਿ ਇੰਦਰਪਾਲ ਸਿੰਘ ਨਾਲ ਕੀ ਗੱਲ ਕਰੀਏ। ਉਹ ਕੀ ਕੁਝ ਹੰਢਾ ਕੇ ਕੀ ਕੁਝ ਕਰਨਾ ਚਾਹੁੰਦਾ ਹੈ। ਇਸ ਸਭ ਲਈ ਪਹਿਲੋਂ ਸਾਡਾ ਅਨੰਦਪੁਰ ਦੇ ਇਜਲਾਸ ਵੱਲ ਹੋਣਾ ਚਾਹੀਦਾ ਹੈ ਧਿਆਨ। ਵੈਸੇ ਵੀ ਮੀਡੀਆ ਨੇ ਨਾ ਪੱਖੀ ਕਿਰਦਾਰ ਨਿਭਾਉਣਾ ਹੈ। ਸਾਨੂੰ ਕੁਝ ਹੋਰ ਸਾਰਥਕ ਸੋਚਣਾ ਪਏਗਾ, ਜਲਦ ਤੇ ਲਾਜ਼ਮੀ। ਵਾਹ ਐਡਵੋਕੇਟ ਸਾਹਿਬ, ਹੁਣ ਥੋੜਾ ਕੁ ਯਕੀਨ ਜਿਹਾ ਹੋਇਆ ਕਿ ਤੂੰ ਵਾਕਈ ਕੁਝ ਕਰਨ ਦੀ ਲਲਕ ਜਿਉਂਦੀ ਰੱਖਦਾ ਹੈ। ਚਲੋ, ਜੇ ਤਿਆਰ ਹੀ ਹੋਇਆ ਤੇ ਹੁਣ ਅਗਲਾ ਕੰਮ ਸੁਣੋ। ਚਰਨਪ੍ਰੀਤ ਸਿੰਘ ਜੀ ਨੂੰ 15 ਦਿਨਾਂ ਲਈ ਕੈਨੇਡਾ ਜਾਣਾ ਚਾਹੀਦਾ ਹੈ। ਮੇਰੇ ਪਾਪਾ ਦੱਸ ਰਹੇ ਸੀ ਕਿ ਤੁਹਾਡੇ ਘਰ ਦੇ ਬਹੁਤ ਫਿਕਰਮੰਦ ਨੇ, ਇਸ ਲਈ ਕੋਈ ਬਹਾਨਾ ਨਹੀਂ। ਤੁਹਾਡੀ ਤੇ ਪ੍ਰਦੀਪ ਦੀ ਟਿਕਟਾਂ ਆ ਗਈਆਂ ਨੇ। ਅੱਜ ਰਾਤ ਦੀ ਫਲਾਈਟ ਨਾਲ ਘਰ ਪਹੁੰਚੋ। ਵੈਸੇ ਵੀ ਕਾਲਜ ਛੱਡ ਹੀ ਦਿੱਤਾ ਹੈ। ਹੁਣ ਸਾਨੂੰ ਉੱਥੇ ਹੀ ਆਪਣਾ ਕੰਮ ਕਰਨਾ ਚਾਹੀਦਾ ਹੈ ਜਿੱਥੇ ਅਸਲ ਸਾਰਥਕਤਾ ਹੋਵੇ। ਨਾ ਪੱਖ ਨੂੰ ਪ੍ਰਫੁੱਲਤ ਕਰਦੇ ਸਾਧਨਾਂ ਨੂੰ ਪੋਸ਼ਣ ਨਹੀਂ ਦੇਣਾ। ਦੇਖਦੇ ਹਾਂ ਇਹਨਾਂ ਦਿਨਾਂ ਵਿੱਚ ਕੌਣ ਕਿੱਥੇ ਕੁ ਜਾ ਕੇ ਡਿੱਗਦਾ ਹੈ। ਚਰਨਪ੍ਰੀਤ ਇਨਕਾਰ ਵਿੱਚ ਸਿਰ ਹਿਲਾਉਂਦਾ ਹੋਇਆ ਕਹਿਣ ਲੱਗਾ, ਨਹੀਂ, ਮੈਂ ਇੱਥੋਂ ਨਹੀਂ ਜਾਣਾ। ਇੰਨਾ ਸਭ ਕੁਝ ਮੇਰੇ ਹੱਥੋਂ ਹੋਇਆ ਹੈ, ਬਾਕੀ ਕੰਮ ਸਾਹਮਣੇ ਹੀ ਕਰਾਂਗਾ। ਪ੍ਰਦੀਪ ਸੋਚਦੀ ਹੋਈ ਕਹਿਣ ਲੱਗੀ, ਤੁਹਾਡੇ ਪਾਪਾ ਮੇਰੇ ਸਹੁਰਾ ਸਾਹਿਬ ਨੂੰ ਕਿਵੇਂ ਜਾਣਦੇ ਨੇ? ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ? ਕੀ ਤੁਸੀਂ ਜਾਣਦੇ ਹੋ ਇੱਕ ਦੂਜੇ ਬਾਰੇ? ਪਰਮਜੀਤ ਆਪਣੇ ਬਾਰੇ ਅੱਜ ਥੋੜਾ ਹੋਰ ਖੁਲਾਸਾ ਕਰਨ ਲੱਗੀ। ਮੈਂ ਕਦੇ ਕੈਨੇਡਾ ਗਈ ਹੀ ਨਹੀਂ। ਮੰਮੀ ਪਾਪਾ ਉੱਥੇ ਰਹਿੰਦੇ ਨੇ, ਪਰ ਮੈਂ ਇੱਥੇ ਹੀ ਰੁਕੀ ਰਹੀ ਹਾਂ। ਨਾਲੇ ਇੱਥੇ ਸਿਵਿਆਂ 'ਚ ਧੁਖਣ ਦੇ ਇੰਤਜ਼ਾਰ ਅੰਦਰ ਰੋਜ਼-ਰੋਜ਼ ਧੁਖਣ ਵਾਲੀ ਜ਼ਿੰਦਗੀ ਹੋਰ ਕੋਈ ਆਸ ਰੱਖ ਵੀ ਕਿੱਥੇ ਰਹੀ ਹੈ। ਸਾਰਾ ਹੜ ਬਦਤਮੀਜ਼ੀ ਦਾ, ਅਸੂਲਹੀਣ ਜ਼ਿੰਦਗੀ ਦਾ ਤੇ ਬੇਈਮਾਨ ਲੋਕਾਂ ਦੀ ਭੀੜ ਦਾ ਭਰਿਆ ਪਿਆ। ਭਲਾ ਸਰਕਾਰੀ ਤੰਤਰ ਇਮਾਨਦਾਰ ਕਿਹਦੇ ਵਾਸਤੇ ਹੋਏਗਾ? ਉਹਨਾਂ ਲੋਕਾਂ ਵਾਸਤੇ ਜਿਹੜੇ 100 ਰੁਪਏ ਦੇ ਕੰਮ ਪਿੱਛੇ 5000 ਰੁਪਇਆ ਫੂਕਣ ਨੂੰ ਤਰਜੀਹ ਦਿੰਦੇ ਹੋਣ। ਇਸ ਲਈ ਜਿੰਦਾ ਛੱਡੋ।
ਤੇ ਹਾਂ ਸੱਚ, ਤੁਹਾਡੇ ਦੋਵਾਂ ਦੇ ਸਵਾਲਾਂ ਦੇ ਜਵਾਬ ਇੰਨੇ 'ਚ ਹੀ ਲੈ ਲਓ ਕਿ ਤੁਸੀਂ ਕਹਾਣੀ ਨੂੰ ਨਹੀਂ ਲੱਭਿਆ, ਸਗੋਂ ਕਹਾਣੀ ਤੁਹਾਡੇ ਹੱਥਾਂ ਨੂੰ ਭਾਲ ਕੇ ਆਈ ਹੈ। ਤੁਹਾਡੇ ਵਾਂਗ ਉਸ ਕੁੜੀ ਨੂੰ ਵੀ ਵਹਿਮ ਹੈ ਕਿ ਇਹ ਸਾਰਾ ਕੁਝ ਉਹ ਰਚ ਰਹੀ, ਪਰ ਉਹ ਨਹੀਂ ਜਾਣਦੀ ਕਿ ਉਹਨੂੰ ਸਿਰਫ ਮੌਕਾ ਦਿੱਤਾ ਹੈ ਇੰਦਰਪਾਲ ਸਿੰਘ ਨੇ ਇਸ ਦਲਦਲ ਵਿੱਚੋਂ ਸੁਰਖਰੂ ਹੋਣ ਦਾ। ਅਮਨ ਸ਼ੱਕ ਜਿਹੇ ਵਿੱਚ ਪੁੱਛਦਾ ਹੈ, ਕਿਤੇ ਤੂੰ ਉਸ ਕੁੜੀ ਦੀ ਗੱਲ ਤਾਂ ਨਹੀਂ ਕਰ ਰਹੀ ਜਿਹੜੀ ਮੈਨੂੰ ਤੇਰੇ ਘਰ ਛੱਡ ਕੇ ਗਈ ਸੀ? ਮਨਿੰਦਰ ਵੀ ਨਾਲ ਹੀ ਸਵਾਲ ਕਰਦੀ ਹੈ, ਸ਼ਾਇਦ ਮੈਨੂੰ ਵੀ ਉਸੇ ਨੇ ਸੰਪਰਕ ਕੀਤਾ ਸੀ ਇਹ ਸਭ ਦੱਸ ਕੇ। ਹਾਂਜੀ ਬਿਲਕੁਲ ਉਹੀ, ਨਿੰਮੀ ਹੈ ਉਹ। ਜੀ ਤੋਂ ਹੰਕਾਰ ਨਹੀਂ ਹੱਲੇ ਤੱਕ ਸੁੱਟਿਆ ਜਾ ਰਿਹਾ, ਬਸ ਆਪਣੀ ਜ਼ਿੱਦਾਂ ਤੱਕ ਸੀਮਿਤ ਹੈ। ਤਰਨਜੀਤ ਸਿੰਘ ਜੀ ਨੂੰ ਲੱਗਦਾ ਹੈ ਜਿਵੇਂ ਸਭ ਪਹਿਲੋਂ ਨਿਰਧਾਰਿਤ ਚੀਜ਼ਾਂ ਹੋ ਰਹੀਆਂ, ਪਰ ਮੈਨੂੰ ਤੁਹਾਡੇ ਸਾਰਿਆਂ ਦੇ ਸੁਭਾਅ ਉੱਤੇ ਗੁੱਸਾ ਆ ਰਿਹਾ ਕਿ ਜਿਵੇਂ ਜਿਵੇਂ ਇੰਦਰਪਾਲ ਸਿੰਘ ਨੇ ਕਿਹਾ ਸੀ ਤੁਸੀਂ ਸਾਰੇ ਉਹੀ ਕੁਝ ਕਰੀ ਜਾਂਦੇ ਹੋ। ਆਪਣੇ ਘੜੇ ਹੋਏ ਸਾਂਚੇ ਤੋਂ ਬਾਹਰ ਰਤਾ ਵੀ ਨਹੀਂ ਸੋਚਦੇ ਤੁਸੀਂ। ਸਰਦਾਰ ਗੁਰਚਰਨ ਸਿੰਘ ਤੇ ਇੰਦਰਪਾਲ ਸਿੰਘ ਦੇ ਕਿੱਸੇ ਨੂੰ ਛੱਡ ਕੇ ਤੁਸੀਂ ਸਾਰੇ ਬੱਝਵੇਂ ਰੂਪ 'ਚ ਚੱਲ ਰਹੇ ਹੋ। ਤੁਹਾਨੂੰ ਕੀ ਲੱਗਦਾ ਔਕੜਾਂ ਸਿਰਫ ਤੁਹਾਨੂੰ ਨੇ? ਆਜ਼ਾਦ ਹੋ ਜੇ ਜੇਲ੍ਹ ਰਾਣੀ ਗੁਲਨਾਜ਼ ਕੌਰ ਨੇ ਪਹੁੰਚਾਇਆ ਤਾਂ 4 ਦਿਨ ਬਾਅਦ ਜ਼ਮਾਨਤ ਦੇ ਨਾਲ ਵਾਪਸ ਕੇਸ ਗੁਲਨਾਜ਼ ਉੱਤੇ ਪਵਾ ਦਿੱਤਾ। ਪਰ ਸ਼ਰਨਜੀਤ ਕੌਰ ਦੀ ਮੌਤ, ਇੰਦੇ ਤੇ ਪ੍ਰੀਤੀ ਦੀ ਮੌਤ ਬਾਰੇ ਕੋਈ ਆਵਾਜ਼ ਕਿਸੇ ਵੱਲੋਂ ਸੁਣੀ? ਹਕੀਕਤ ਤਾਂ ਇਹ ਹੈ ਕਿ ਸਭ ਆਪੋ ਆਪਣੀ ਜੰਗ ਲੜ ਰਹੇ। ਧੁਰਾ ਬਾਬਾ ਸਿਫਰ ਉੱਤੇ ਟਿਕਿਆ। ਬਾਪੂ ਗੁਰਚਰਨ ਸਿੰਘ ਨੂੰ ਪਾਲੀ ਪਿਆਰਾ, ਧਰਮੇ ਤਾਏ ਨੂੰ ਪਾਲੀ ਪਿਆਰਾ, ਪਰ ਪਾਲੀ ਬਾਬਾ ਸਿਫਰ ਜਿਹਾ ਥੰਮ ਬਣ ਕੇ ਜਿੱਥੇ ਖੜਾ ਉੱਥੇ ਸਿਰਫ ਬਾਪੂ ਹੀ ਉਹਦਾ ਸਾਥ ਦੇ ਰਿਹਾ। ਬਾਕੀ ਸਭ ਦੇ ਸਭ ਆਪਣੀ ਜ਼ਿੱਦਾਂ, ਮਕਸਦਾਂ, ਗਰਜ਼ਾਂ ਮਾਰੇ ਬੈਠੇ। ਅੱਜ ਵੀ ਵੇਖ ਲਓ, ਧਰਮੇ ਦੀ ਜ਼ਮੀਨ ਉੱਤੇ ਹੀ ਰੈਲੀ ਹੋਣ ਲੱਗੀ। ਸੁਰਜੀਤ ਸਿੰਘ ਦਾ ਮਹਿਲ ਉਵੇਂ ਕਾਇਮ। ਅਮਨ ਦੱਸ ਦਵੇ ਉੱਥੇ ਘਰ ਦੇ ਕਾਗਜ਼ ਵਾਪਸ ਮਿਲ ਗਏ ਕਿ ਨਾ? ਪਰ ਗੁਰਚਰਨ ਕੋਲ ਕੀ ਬਚਿਆ? ਉਦੋਂ ਕੀ ਸੀ? ਹੁਣ ਜ਼ਰਾ ਤੁਹਾਡੇ 'ਚੋਂ ਕੋਈ ਇਹ ਸਮਝਾ ਦੇਵੇ ਕਿ ਇੱਥੇ ਗੁੰਜਾਇਸ਼ ਬਚਦੀ ਕੋਈ ਨਿਰਧਾਰਤ ਖੇਡ ਦੀ? ਪਰਮਜੀਤ ਦੇ ਬੋਲ ਬਿਲਕੁਲ ਅਸਹਿ ਹੁੰਦੇ ਜਾ ਰਹੇ ਸੀ ਸਾਰਿਆਂ ਨੂੰ। ਚਰਨਪ੍ਰੀਤ ਭਰੀਆਂ ਅੱਖਾਂ ਨਾਲ ਕਹਿਣ ਲੱਗਾ, ਫਿਰ ਸਾਨੂੰ ਬਾਹਰ ਕਿਉਂ ਧੱਕ ਰਹੇ ਹੋ? ਇਸ ਦਲਦਲ ਵਿੱਚੋਂ ਉਹਨਾਂ ਲਈ ਖੜਨ ਦੀ ਕੋਸ਼ਿਸ਼ ਹੀ ਤਾਂ ਕਰ ਰਹੇ ਹਾਂ। ਹੁਣ ਇੰਨਾ ਕੁਝ ਕਰਵਾ ਕੇ ਮਿਲਣ ਵੇਲੇ ਸਾਨੂੰ ਦੂਰ ਭਜਾ ਰਹੇ ਹੋ। ਪਰਮਜੀਤ ਕਹਿਣ ਲੱਗੀ, ਹਜੇ ਤਾਂ ਮੈਂ 15 ਦਿਨ ਲਈ ਕਿਹਾ ਤੁਹਾਨੂੰ, ਉਹ ਵੀ ਇਸ ਲਈ ਕਿਉਂਕਿ ਪਿਛਲੀ ਸਾਰੀਆਂ ਗੱਲਾਂ ਵਾਂਗ ਜੇ ਹੁਣ ਵੀ ਪਾਲੀ ਦੀ ਗੱਲ ਸੱਚੀ ਹੋਈ ਤਾਂ ਔਕੜਾਂ ਵਧਣੀਆਂ ਨੇ। ਨਾਲੇ ਇੱਥੇ ਕਿਹੜਾ ਕਾਨੂੰਨ ਬਦਲਿਆ, ਕਿਹੜੇ ਲੋਕ ਬਦਲੇ ਨੇ? ਸੱਚੀ ਗੱਲ ਤਾਂ ਇਹ ਹੈ, ਇੱਥੇ ਇਨਸਾਫ ਦੀ ਮੰਗ ਕਰਨੀ ਰੱਬ ਹੇਠਾਂ ਲਿਆਉਣ ਵਾਲੀ ਗੱਲ ਹੈ। ਰੱਬ ਨੇ ਆਉਣਾ ਨਹੀਂ, ਇਨਸਾਫ ਨੇ ਪਸਰਨਾ ਨਹੀਂ। ਤੁਹਾਨੂੰ ਬਾਹਰ ਜਾਣ ਨੂੰ ਕਿਹਾ, ਜ਼ਿੰਮੇਵਾਰੀ ਘਟਦੀ ਨਹੀਂ ਹੈ, ਵੱਧਦੀ ਹੈ। ਅੱਖੀਂ ਵੇਖੇ ਸੱਚ ਉਲੀਕਣੇ ਇੱਥੇ ਤਲੀਆਂ ਤੇ ਧਰੇ ਨੇ ਕਿਤੇ। ਮਸਲਾ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਹੈ, ਦੁਨੀਆ ਦਾ ਠੇਕਾ ਲੈਣਾ ਨਹੀਂ। ਇਸ ਵੇਲੇ ਸਾਰੀ ਲੜਾਈ ਠੇਕੇਦਾਰੀ ਜਿੱਤਣ ਦੀ ਚੱਲ ਰਹੀ ਹੈ। ਪਰਜਾ ਇੱਥੇ ਕੋਈ ਵੀ ਨਹੀਂ, ਸਾਰੇ ਆਪੂ ਬਣੇ ਬਾਦਸ਼ਾਹ ਨੇ। ਅਧਿਆਪਕ ਵਾਲਾ ਫਰਜ਼ ਨਿਭਾਓ, ਬਾਕੀ ਬਾਬਾ ਮਿਹਰ ਕਰੇਗਾ। ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਣ ਲੱਗਿਆਂ ਐਡਵੋਕੇਟ ਚਰਨਜੀਤ ਸਿੰਘ ਤੇ ਨਿਰਮਲਪ੍ਰੀਤ ਕੌਰ ਨੂੰ ਵੀ ਉਸੇ ਫਲਾਈਟ ਵਿੱਚ ਵੇਖ ਕੇ ਪ੍ਰਦੀਪ ਨੂੰ ਹੈਰਾਨੀ ਹੋਈ। ਪਰ ਚਰਨਪ੍ਰੀਤ ਤੇ ਅਮਨਪ੍ਰੀਤ ਸਿੰਘ ਨੇ ਖਾਮੋਸ਼ ਰਹਿਣ ਦਾ ਇਸ਼ਾਰਾ ਕੀਤਾ ਤਾਂ ਕਿ ਉਹਨੂੰ ਖਬਰ ਨਾ ਹੋਵੇ। ਅੱਜ ਦੇ ਰੰਗ ਕੱਲ੍ਹ ਦੀ ਤਸਵੀਰ ਤੇ ਪਰਸੋਂ ਦਾ ਇਤਿਹਾਸ ਬਣਦੇ ਨੇ। ਇਹਨੂੰ ਨੇੜਿਓਂ ਸਮਝਣ ਵਾਲੇ ਖਾਮੋਸ਼ੀ ਨੂੰ ਹੀ ਤਰਜੀਹ ਦਿੰਦੇ ਨੇ। ਜਹਾਜ਼ ਹਿੰਦੁਸਤਾਨ ਦੀ ਧਰਤ ਨੂੰ ਅਲਵਿਦਾ ਕਹਿ ਰਿਹਾ ਸੀ। ਪਰਮਜੀਤ ਫੇਰ ਤੋਂ ਇਸ ਦੰਗਲ ਵਿੱਚ ਇਕੱਲੀ ਖੜ ਗਈ ਸੀ, ਜਿਹਨੇ ਕਦੇ ਇੰਦੇ ਦੇ ਬਲਦੇ ਸਿਵੇ ਅੱਗੇ ਅਹਿਦ ਕੀਤਾ ਸੀ ਕਿ ਬੇਦੋਸ਼ੇ ਨੂੰ ਇਸ ਦਲਦਲ ਵਿੱਚ ਘਿਰਨ ਨਹੀਂ ਦੇਗੀ। ਅਸੀਂ ਭਟਕੇ ਗੁਲਾਬੀ ਰੰਗੇ ਤਾਰਿਆਂ ਦੇ ਕੋਲੋਂ, ਤੁਸੀਂ ਇੱਕ ਹੱਥੋਂ, ਅਸੀਂ ਲੁੱਟੇ ਸਾਰਿਆਂ ਦੇ ਕੋਲੋਂ। ਬੜੇ ਸਮਿਆਂ ਦੀ ਲੀਹ ਉੱਤੇ ਜਿੱਤਦੇ ਸਾਂ ਆਏ, ਪਰ ਨੀਵੇਂ ਪੈ ਗਏ ਅੰਤ ਨੂੰ ਹਾਰਿਆਂ ਦੇ ਕੋਲੋਂ। ਅਸੀਂ ਰੋ ਵੀ ਨਾ ਪਾਏ ਅਤੇ ਚੀਖ ਵੀ ਨਾ ਸਕੇ, ਉਹੀ ਲੈ ਗਏ ਨਜ਼ਾਰੇ ਬਲਿਹਾਰਿਆਂ ਦੇ ਕੋਲੋਂ। ਵਾਹ ਵਾਹ ਵੇ ਨਜੂਮ ਦਿਆਂ ਸਿਫਰਾਂ ਦੇ ਕੋਸ਼, ਤੈਨੂੰ ਮੁੱਲ ਲੈ ਗਏ ਨਕਦ ਉਧਾਰਿਆਂ ਦੇ ਕੋਲੋਂ। ਵੇ ਗੁਲਾਬੀ ਤਾਰਿਆ ਕਿਤੋਂ ਛੇਤੀ ਬੌੜ, ਤੇਰੇ ਹਰਫ ਗਵਾਚੇ ਕਿਤੋਂ ਨਜ਼ਮੀ ਔੜ। ਤੇਰਾ ਰਾਹ ਵੀ ਲੁੱਟਿਆ, ਹਾਏ ਸਾਹ ਵੀ ਕੁੱਟਿਆ, ਇਉਂ ਡਰ ਨਾ ਬੈਠੀ
ਵੇ ਸਿਫਰ ਤੂੰ ਦੌੜ, ਵੇ ਗੁਲਾਬੀ ਤਾਰਿਆ। ਪੈਰੀ ਕੱਚ ਦੀਆਂ ਕਿਰਕ 'ਚ ਗੁੰਨੀਆਂ ਸੂਲਾਂ, ਪੈਰੀ ਕੱਚ ਦੀਆਂ ਕਿਰਕ 'ਚ ਗੁੰਨੀਆਂ ਸੂਲਾਂ, ਮੱਖਣ ਦੀ ਮੱਲਮ 'ਚ ਅੰਮ੍ਰਿਤ ਦੀਆਂ ਚੂਲਾਂ। ਸਾਨੂੰ ਮਰਨ ਨਾ ਦੇਵਣ, ਐਵੇਂ ਡਰਨ ਨਾ ਦੇਵਣ, ਪਰ ਸਹਿ ਨਾ ਹੋਵੇ ਕੰਬਖਤ ਦੀ ਚੌੜ, ਵੇ ਗੁਲਾਬੀ ਤਾਰਿਆ। ਜ਼ਰਾ ਛੇਤੀ ਬੋਲ। ਕਲਗੀ ਆਵਾਜ਼ਾਂ ਤੋਂ ਲਿਹਾਜ਼ਾਂ ਦੇ ਲਿਬਾਸ ਉੱਤੇ, ਜ਼ਿੰਦਗੀ ਦੀ ਮੰਗ ਨਹੀਂ ਮੌਤ ਦੀ ਆਸ ਉੱਤੇ। ਇਨਸਾਫ ਕੋਈ ਭੀਖ ਨਹੀਂ ਮੰਗਵੇਂ ਉਧਾਰ ਨਾ, ਸਿਫਰ ਤਰਤੀਬ ਤੋੜੇ ਘਾਟੇ ਵਾਲੀ ਰਾਸ ਉੱਤੇ। ਅਗਲਾ ਦਿਨ ਚੜ੍ਹ ਗਿਆ ਹੈ। ਰਾਜ, ਰਾਜਸ਼ਾਹੀਆਂ ਅਤੇ ਰਜਵਾੜੇ ਬਨਾਮ ਕਿਰਤ, ਕਾਇਦੇ ਅਤੇ ਕਾਮੇ। ਜੰਗ ਹੈ ਨਵੀਂ, ਖੇਲ ਹੈ ਨਵਾਂ, ਜਾਣਦੇ ਹਾਂ ਇਸ ਖੇਲ ਦਾ ਰੰਗ ਵੀ। ਬੋਲਾਂਪੁਰ ਪਿੰਡ ਵਿੱਚ ਸਵੇਰ ਤੋਂ ਹੀ ਸਰਕਾਰੀ ਗੈਰ ਸਰਕਾਰੀ ਗੱਡੀਆਂ ਦੀ ਆਮਦ ਬਹੁਤ ਵੱਧ ਹੋ ਗਈ, ਜਿਹਦੇ ਕਰਕੇ ਪਿੰਡ ਦੇ ਲੋਕ ਘਰਾਂ ਵਿੱਚ ਬੈਠੇ ਟੀਵੀ ਚੈਨਲਾਂ ਉੱਤੇ ਕਵਰੇਜ ਵੇਖਣ ਨੂੰ ਤਰਜੀਹ ਦੇ ਰਹੇ। ਪਿੰਡ 'ਚ ਚਰਚਾ ਸੀ ਕਿ ਗੁਰਚਰਨ ਸਿੰਘ ਦੇ ਇਲਾਕੇ ਦੇ ਲੋਕਾਂ ਦਾ ਗੁਬਾਰ ਅੱਜ ਅੜਤ ਦੇ ਧਨਾਡਾਂ ਦੇ ਇਲਾਕੇ ਵਿੱਚ ਨਿਕਲਣਾ ਸੀ। ਪਿੰਡ ਦੇ ਸਰਪੰਚ ਨੇ ਹਰਚਰਨ ਸਿੰਘ ਨੂੰ ਕਹਿ ਦਿੱਤਾ ਕਿ ਭੀੜ ਬੇਕਾਬੂ ਹੋਈ, ਜੇ ਤੁਹਾਡੇ ਵੱਲ ਹਮਲਾਵਰ ਹੋਈ ਤਾਂ ਅਸੀਂ ਹੁਣ ਨਹੀਂ ਹੱਥ ਥੰਮਣੇ ਆਪਣੇ। ਬੀਤੇ ਵਰ੍ਹਿਆਂ 'ਚ ਅਸੀਂ ਪੰਚਾਇਤੀ ਕਾਰਜਾਂ ਵਿੱਚ ਇੰਨੀਆਂ ਤਰੱਕੀਆਂ ਕਰਨ ਦੀ ਕੋਸ਼ਿਸ਼ਾਂ ਕਰ ਚੁੱਕੇ ਹਾਂ। ਪੰਚਾਇਤਾਂ ਨੌਜਵਾਨਾਂ ਦੀਆਂ ਵੀ ਚੁਣੀਆਂ, ਪਰ ਅੱਗੋਂ ਸਿਆਸਤ ਨੌਜਵਾਨੀ ਨੂੰ ਖੁਆਰ ਕਰਦੀ ਹੈ। ਇੰਦਰਪ੍ਰੀਤ ਕੌਰ ਨੇ ਵੀ ਪਿੰਡ ਦੀ ਇੱਕ ਬੀਬੀਆਂ ਦੀ ਸਭਾ ਥਾਪੀ ਸੀ। ਉਹਦੇ 'ਚ ਘਰੇਲੂ ਔਰਤਾਂ ਤੇ ਆਂਗਣਵਾੜੀ ਵਰਕਰਾਂ ਨੂੰ ਉਚੇਰੀ ਸਿੱਖਿਆ ਬਿਨਾਂ ਕਿਸੇ ਕਾਲਜ ਦੇ ਪ੍ਰਮਾਣ ਤੋਂ ਸ਼ੁਰੂ ਕੀਤਾ ਸੀ। ਉਹਦੇ 'ਚ ਆਪਣੇ ਪ੍ਰੋਫੈਸਰਾਂ ਦੀ ਢਾਣੀ ਨੇ ਆ ਕੇ ਕੰਮ ਵਿਗਾੜ ਦਿੱਤਾ। ਹੋਰ ਵੀ ਬਹੁਤ ਕੁਝ ਹੈ, ਪਰ ਹੁਣ ਜੋ ਵੀ ਹੋਣਾ ਰੱਬ ਸਹਾਰੇ ਹੋ। ਕਾਲਜੀ ਮੰਡੀਰ ਬੱਸਾਂ ਭਰ ਆਉਣ ਲੱਗੀ। 1.5 ਕਿੱਲੇ ਦੇ ਖਿੱਤੇ 'ਚ ਚਾਹ ਪਾਣੀ ਦਾ ਪ੍ਰਬੰਧ, ਪਰ ਅਸਲ ਪੰਡਾਲ ਦੀ ਬਨਾਵਟ ਬੜੀ ਅਜੀਬ ਸੀ। 8 ਭੁਜ ਪੰਡਾਲ 9 ਕਿੱਲੇ ਤੱਕ ਦੇ ਖਿੱਤੇ ਨੂੰ ਢੱਕੇ ਬੈਠਾ ਸੀਗਾ। ਜ਼ਮੀਨ ਵਾਹ ਕੇ ਇੱਕ ਪੱਧਰ ਬਣਾ ਕੇ ਇਕਸਾਰ ਮੈਦਾਨ ਦਰੀਆਂ ਨਾਲ ਬਣਾਇਆ ਪਿਆ। ਹਰ 50 ਮੀਟਰ ਦੀ ਦੂਰੀ ਉੱਤੇ ਆਵਾਜ਼ ਦੇ ਉਪਕਰਨ ਤੇ ਪਾਣੀ ਦੇ ਸਾਧਨ ਰੱਖ ਛੱਡੇ ਸੀ। ਸਾਰੇ ਲੋਕਾਂ ਲਈ ਧਰਤੀ ਉੱਤੇ ਬਹਿਣ ਦਾ ਪ੍ਰਬੰਧ ਸੀ, ਤੇ ਸਭ ਤੋਂ ਅਜੀਬ ਗੱਲ ਇਹ ਸੀ ਕਿ ਮੈਦਾਨ ਦੇ ਵਿਚਕਾਰ ਕੋਈ ਮੰਚ ਨਹੀਂ। ਸਿਰਫ ਮੁੱਖ ਬੁਲਾਰਿਆਂ ਲਈ ਕੁਝ ਪੀੜੇ ਤੇ ਇੱਕ ਵੱਡਾ ਮੇਜ਼ ਕਾਗਜ਼ਾਤ ਰੱਖਣ ਲਈ ਮੌਜੂਦ ਸੀ। ਬਾਕੀ ਸਾਰਿਆਂ ਦੇ ਬੈਠਣ ਦਾ ਪ੍ਰਬੰਧ ਧਰਤੀ ਤੇ ਵਿਛਾਉਣ ਸੀ। ਦੁਪਹਿਰ ਵੇਲੇ ਤੱਕ ਪੰਚਾਇਤੀ ਆਗੂਆਂ, ਕਿਸਾਨ ਯੂਨੀਅਨ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵਾਰੋ-ਵਾਰੀ ਖੜ ਕੇ ਤਕਰੀਰਾਂ ਕਰ ਰਹੇ ਸੀ। ਭੀੜ ਪਹਿਲੇ ਦਿਨ ਹੀ ਵਾਹਵਾ ਵੱਧ ਸੀ। ਭੀੜ ਦੇ ਮੂਹਰੇ 5 ਰਿਟਾਇਰਡ ਜੱਜ ਬੈਠੇ ਸੀ। ਸਰਦੀਆਂ ਦਾ ਆਰੰਭ ਸੀ। ਬੁੱਕਲਾਂ ਕੰਬਲੀਆਂ ਨਾਲ ਮਾਰੀ ਮੁੰਡੇ ਕੁੜੀਆਂ ਪ੍ਰਬੰਧ ਸੰਭਾਲ ਰਹੇ ਸਨ। ਕੁਲਜਿੰਦਰ ਤੇ ਦਮਨਜੀਤ ਸਿੰਘ ਦੀ ਗੱਡੀ ਆਉਣ ਤੇ ਸਾਰੇ ਮੁਸਤੈਦ ਹੋ ਗਏ। ਹਰਚਰਨ ਸਿੰਘ ਮੂਹਰੇ ਹੋ ਕੇ ਉਹਨਾਂ ਜੀਆਂ ਨੂੰ ਜੀ ਆਇਆਂ ਕਹਿਣ ਵਾਸਤੇ ਅੱਗੇ ਵਧਿਆ ਤਾਂ ਸਰਦਾਰ ਗੁਰਚਰਨ ਸਿੰਘ ਕਹਿਣ ਲੱਗੇ, ਠਹਿਰ ਜਾ ਧਰਮਿਆ, ਜ਼ਰਾ ਮੈਨੂੰ ਵੀ ਆਉਣ ਦੇ, ਵੇਖੀਏ ਭਲਾ ਚੌਧਰੀ ਦੇ ਬੱਬੂ ਤੇ ਉਹਦੇ ਗੋਗੀ ਵਰਗਾ ਹੈਗਾ ਜਾਂ ਨਹੀਂ। ਭੀੜ ਦੀ ਨਿਗਾਹ ਹੁਣ ਹੌਲੀ ਹੌਲੀ ਧੜਿਆਂ 'ਚ ਵੰਡਣ ਲੱਗ ਗਈ ਸੀ। ਸਭ ਨੂੰ ਅਣਜਾਣ ਅਚਮੀ ਲੱਗਣ ਲੱਗ ਗਈ ਸੀ ਕਿ ਖਬਰੇ ਕੀ ਹੋਣ ਜਾ ਰਿਹਾ। ਮਾਈਕ ਉੱਤੇ ਇੱਕ ਬੀਬੀ ਨੇ ਆਵਾਜ਼ ਦਿੱਤੀ, ਹਾਜ਼ਰੀਨ ਸਤਿਕਾਰਯੋਗ ਪੰਜਾਬੀਓ, ਠਰੰਮੇ ਨਾਲ ਆਪੋ ਆਪਣੀ ਥਾਵੇਂ ਬੈਠੋ, ਕੋਈ ਵੀ ਮਾਈ ਭਾਈ ਖੜਾ ਨਾ ਹੋਵੇ ਜੀ। ਅੱਜ ਦੇ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੂੰ ਵੇਖਦੇ ਹੋਏ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਮਨ ਅਮਾਨ ਬਣਾ ਕੇ ਰੱਖੀਏ। ਅਜੋਕੇ ਇਕੱਠ ਦੀ ਸਫਲਤਾ ਦਾ ਸਿਹਰਾ ਸਿਰਫ ਤੇ ਸਿਰਫ ਤੁਹਾਡੇ ਹੱਥ ਹੋਏਗਾ। ਅਸੀਂ ਵਿਦਿਆਰਥੀ ਸੰਗਠਨ ਦੇ ਚਾਰਜੀ ਹੁੰਦਿਆਂ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਅਸੀਂ ਤੁਹਾਡੇ ਬੱਚਿਆਂ ਵਾਂਗ ਸੇਵਾਦਾਰ ਬਣ ਕੇ ਵਿਚਰਾਂਗੇ। ਤੁਸੀਂ ਸਾਰੇ ਆਪਸ ਵਿੱਚ ਸਾਂਝ ਬਣਾ ਕੇ ਰੱਖਣੀ। ਇਸ ਵਕਤ ਅੰਮ੍ਰਿਤਸਰ ਤੋਂ MLA ਸਰਦਾਰਨੀ ਗੁਲਨਾਜ਼ ਕੌਰ ਜੀ ਦੇ ਪੁੱਤਰ ਸਰਦਾਰ ਦਮਨਜੀਤ ਸਿੰਘ, ਖਾਲਸਾ ਕਾਲਜ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਡਾਕਟਰ ਅਨਮੋਲਕ ਸਿੰਘ, ਵਿਦਿਆਰਥੀ ਸੰਗਠਨ ਦੇ ਸਾਡੇ ਸੀਨੀਅਰ ਪ੍ਰਧਾਨ ਕੁਲਜਿੰਦਰ ਸਿੰਘ ਜੀ, ਐਡਵੋਕੇਟ ਸਰੂਪ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਜੀ ਹਾਜ਼ਰ ਹੋ ਰਹੇ ਨੇ। ਸਾਰੇ ਹੀ ਸ਼ਾਂਤੀ ਬਹਾਲ ਰੱਖੋ।
ਕੋਈ ਵੀ ਕਿਸੇ ਕਿਸਮ ਦਾ ਨਾਅਰਾ ਇਸ ਇਕੱਠ 'ਚ ਨਹੀਂ ਵਰਤਿਆ ਜਾਏਗਾ। ਕਿਰਪਾ ਕਰਕੇ ਇਹ ਗੱਲ ਯਾਦ ਰੱਖੀ ਜਾਵੇ। ਪੰਚਾਇਤੀ ਰਾਜ ਸਥਾਪਿਤ ਵੀ ਕੇਂਦਰੀ ਕਾਨੂੰਨਾਂ ਤਹਿਤ ਹੋਇਆ ਸੀ, ਖਤਮ ਵੀ ਉਹਨਾਂ ਮੁਤਾਬਕ। ਜ਼ਿੰਦਾਬਾਦ ਤੇ ਮੁਰਦਾਬਾਦ ਦਾ ਨਾਅਰਾ ਲਗਾਉਣ ਵਾਲੇ ਕਿਸੇ ਵੀ ਸ਼ਖਸ ਨੂੰ ਪ੍ਰਸ਼ਾਸਨਿਕ ਕਾਰਵਾਈ ਵਿੱਚੋਂ ਲੰਘਣਾ ਪਏਗਾ। ਧਿਆਨ ਦੇਣਾ ਜੀ। ਕਰੀਬ 1.5 ਕਿਲੋਮੀਟਰ ਦਾ ਪੈਦਲ ਪੰਧ ਕਰਦਿਆਂ ਪੰਡਾਲ ਦੇ ਬਿਲਕੁਲ ਵਿਚਕਾਰ ਤੱਕ ਜਾਣਾ ਸੀ। ਕੁਲਜਿੰਦਰ ਸਾਰੇ ਮਾਹੌਲ ਨੂੰ ਵੇਖ ਕੇ ਹੈਰਾਨ ਹੋ ਰਿਹਾ ਸੀ। ਸਰੂਪ ਸਿੰਘ ਦਮਨਜੀਤ ਸਿੰਘ ਨੂੰ ਕਹਿਣ ਲੱਗਾ, ਧਰਮੇ ਦੀ ਵਿਛਾਈ ਹੋਈ ਤਾਣੀ ਹੈ ਪੁੱਤਰਾ। ਇੱਥੇ ਆਪਣਿਆਂ ਦੀ ਗਿਣਤੀ ਭਾਵੇਂ ਵੱਧ ਤੋਂ ਵੱਧ ਹੈ, ਪਰ ਸਾਡੀ ਥਾਂ ਸਾਰਿਆਂ ਵਿਚਕਾਰ ਰੱਖੀ ਗਈ ਹੈ ਤਾਂ ਕਿ ਕੋਈ ਵੀ ਹਮਲਾਵਰ ਨਾ ਹੋ ਸਕੇ। ਕਮਾਲ ਦਾ ਵਸੀਲਾ ਘੜਿਆ ਧਰਮੇ ਨੇ। ਕਿੰਨਾ ਸ਼ਾਤਰ ਬੰਦਾ ਹੈ। ਹਜੇ ਕਹਿੰਦੇ ਨੇ ਸਰਕਾਰ ਇਹਨਾਂ ਵਿਰੋਧੀ ਹੈ। ਜੇ ਇਹ ਵਿਰੋਧ ਹੈ ਤਾਂ ਹਮਾਇਤ ਕਿਹਨੂੰ ਕਹਿੰਦੇ ਨੇ? ਡਾਕਟਰ ਅਨਮੋਲਕ ਸਿੰਘ ਪੰਡਾਲ ਵਿੱਚ ਗੂੰਜ ਰਹੀ ਆਵਾਜ਼ ਉੱਤੇ ਹੈਰਾਨ ਹੋ ਰਿਹਾ ਸੀ। ਇਹ ਕੰਨਾਂ ਦਾ ਭਰਮ ਹੈ ਜਾਂ ਅਣਹੋਣੀ? ਕੁਝ ਸਮਝ ਨਹੀਂ ਆ ਰਿਹਾ। ਇੰਨੇ ਸਮੇਂ ਤੱਕ ਕੁਲਜਿੰਦਰ ਤੇ ਉਸ ਨੂੰ ਫੋਨ ਆਉਂਦੇ ਨੇ। ਕੁਲਜਿੰਦਰ ਨੂੰ ਜਲੰਧਰ ਕਾਲਜ ਦੇ ਪ੍ਰਿੰਸੀਪਲ ਤੇ ਅਨਮੋਲਕ ਨੂੰ ਉਸ ਦੇ ਆਪਣੇ ਕਾਲਜ ਤੋਂ ਫੋਨ ਆਇਆ ਕਿ ਸਾਰੇ ਕਾਲਜ ਦੇ ਵਿਦਿਆਰਥੀ ਗੈਰ ਹਾਜ਼ਰ ਸਨ। ਕਾਲਜ ਦੇ ਨੋਟਿਸ ਬੋਰਡ ਵੀ ਖਾਲੀ ਸਨ। ਕਿਸੇ ਵੱਲੋਂ ਕੋਈ ਕਾਰਨ ਨਹੀਂ ਦੱਸਿਆ ਗਿਆ। ਕੁਲਜਿੰਦਰ ਸਾਹਮਣੇ ਆ ਰਹੇ ਗੁਰਚਰਨ ਤੇ ਹਰਚਰਨ ਨੂੰ ਵੇਖੇ ਤੇ ਪਿੱਛੇ ਅਨਮੋਲਕ ਸਿੰਘ ਦੇ ਚਿਹਰੇ ਤੋਂ ਉੱਡੇ ਰੰਗ ਨੂੰ ਵੇਖਦਾ ਰਹਿ ਗਿਆ। ਸਰਦਾਰ ਹਰਚਰਨ ਸਿੰਘ ਖਿੜੇ ਮੱਥੇ ਸਰੂਪ ਸਿੰਘ ਵੱਲ ਵੇਖ ਕੇ ਫਤਿਹ ਦੀ ਸਾਂਝ ਪਾਉਂਦੇ ਨੇ। ਜੀ ਆਇਆਂ ਨੂੰ ਸਰਦਾਰ ਸਰੂਪ ਸਿੰਘ ਜੀ। ਮੁੱਦਤਾਂ ਬਾਅਦ ਦੇਖ ਕੇ ਰੂਹ ਖੁਸ਼ ਹੋ ਗਈ। ਜਗਦੇਵ ਸਿੰਘ ਸਰੂਪ ਸਿੰਘ ਦੇ ਗੁੱਟ ਦਾ ਕੱਫ ਫੜ ਕੇ ਅੱਗੇ ਵਧਣ ਤੋਂ ਰੋਕਦਾ ਹੈ, ਪਰ ਉਹ ਬੋਲਣ ਲੱਗੇ, ਗੁਰਫਤਿਹ ਸੱਜਣਾ, ਅੱਜ ਤੇਰੇ ਸਜਾਏ ਚੱਕਰਵਿਊਹ ਦੀ ਦਾਤ ਦੇਣੀ ਬਣਦੀ ਹੈ। ਧਰਮ ਨਾਲ ਧਰਮਿਆ, ਕੀਲ ਲਿਆ ਤੇਰੀ ਸਹੁੰ ਨੇ। ਅੱਜ ਹਰਨਾਮ ਸਿੰਘ ਜੀ ਦੇ ਖਿਲਾਫ ਖੜੀ ਹੋਈ ਜੰਗ ਦੀ ਕਹਾਣੀ ਦਾ ਅੰਤ ਹੋ ਗਿਆ। ਅੱਜ ਫੈਸਲੇ ਜੋ ਮਰਜ਼ੀ ਹੋਣ, ਪਰ ਉਸ ਖੇਡ ਦਾ ਜੇਤੂ ਤੂੰ ਨਿੱਤਰ ਗਿਆ। ਦਮਨਜੀਤ ਸਿੰਘ ਨੂੰ ਉਹਨਾਂ ਦੀ ਨਰਮ ਆਵਾਜ਼ਾਂ ਵਿੱਚ ਸ਼ਰਮਿੰਦੇ ਹੋ ਕੇ ਅੱਗੇ ਵਧਣਾ ਪਿਆ। ਇਨਸਾਨੀ ਇਖਲਾਕ ਵਜੋਂ ਵੱਡਿਆਂ ਦਾ ਸਤਿਕਾਰ ਹੀ ਜੱਚਦਾ ਸੀ। ਕਦਮ ਦਰ ਕਦਮ ਵਧਦੇ ਰਹੇ, ਜਿਹਨੂੰ ਕੈਮਰਿਆਂ ਵਿੱਚ ਕੈਦ ਕੀਤਾ ਜਾ ਰਿਹਾ ਸੀ। ਗੁਲਨਾਜ਼ ਕੌਰ ਨੂੰ ਇਸੇ ਸ਼ੱਕ ਦੇ ਅੰਦਾਜ਼ੇ ਸਨ, ਜਿਹਦੇ ਕਰਕੇ ਉਹ ਇਸ ਇਜਲਾਸ ਵਿੱਚ ਨਹੀਂ ਆਈ। ਪਰ ਸਾਹਮਣੇ ਹਾਲਾਤ ਬੇਵਸੀ ਭਰੇ ਸਨ। ਮਨਜਿੰਦਰ ਸਿੰਘ ਰੇਸ਼ਮੀ ਨੀਲੇ ਕੁੜਤੇ ਪਜਾਮੇ, ਮੋਤੀਏ ਰੰਗੀ ਪੱਗ ਤੇ ਚਿੱਟੇ ਖੇਸ ਨੂੰ ਲੈ ਕੇ ਘੁੰਮ ਰਿਹਾ ਨਜ਼ਰੀ ਆਇਆ। ਮਾਈਕ ਤੇ ਆਵਾਜ਼ ਸੁਰਮਣੀ ਕੌਰ ਦੀ ਸੀ। ਕਿਸਾਨ ਯੂਨੀਅਨ ਤੇ ਆੜ੍ਹਤੀਆਂ ਦੇ ਸੰਗਠਨ ਇੱਕੋ ਲੀਹ ਮੂਹਰੇ ਬੈਠੇ ਸਨ। ਜਿੱਥੋਂ ਵੀ ਲੰਘਦੇ ਗਏ ਸਭ ਪਾਸਿਓਂ ਪੰਜਾਬੀਅਤ ਜ਼ਿੰਦਾਬਾਦ ਦਾ ਨਾਅਰਾ ਗੂੰਜਿਆ। ਐਡਵੋਕੇਟ ਸੁਰਜੀਤ ਸਿੰਘ ਦੇ ਸਾਹਮਣੇ ਆਉਣ ਤੱਕ ਸਰੂਪ ਸਿੰਘ ਦਾ ਸਾਹ ਸੂਤਿਆ ਜਾ ਚੁੱਕਾ ਸੀ। ਘੁਟਨ ਮਹਿਸੂਸ ਹੋ ਰਹੀ ਸੀ। ਮਨਜਿੰਦਰ ਨੇ ਮਾਈਕ ਸੰਭਾਲ ਲਿਆ। ਸਭ ਆਪੋ ਆਪਣੀ ਥਾਵਾਂ ਉੱਤੇ ਬਹਿ ਗਏ। ਮਨਜਿੰਦਰ ਸਿੰਘ, ਪ੍ਰਧਾਨ ਵਿਦਿਆਰਥੀ ਸੰਗਠਨ, ਅੰਮ੍ਰਿਤਸਰ। ਸਤਿਕਾਰਯੋਗ ਪੰਜਾਬ ਵਾਸੀਓ, ਇਨਸਾਫ ਪਸੰਦ ਸਾਹਿਬਾਨੋ, तमाम ਖੇਤਰਾਂ ਦੇ ਅਜ਼ੀਜ਼ ਮਿਹਨਤਕਸ਼ ਵੀਰੋ, ਭੈਣੋ, ਬਜ਼ੁਰਗ ਮਾਤਾਓ ਤੇ ਮੁਕੰਮਲ ਹਾਜ਼ਰੀ ਦਾ ਮੈਂ ਮਨਜਿੰਦਰ ਸਿੰਘ ਨਿੱਘਾ ਜੀ ਆਇਆਂ ਨੂੰ ਕਰਦਾ ਹਾਂ। ਸਾਡੇ ਇਨਸਾਫ ਦੇ ਕਾਇਦੇ ਪੈਮਾਨਿਆਂ ਵਿੱਚ ਅਕਸਰ ਅਕੀਦਤ ਦੀ ਕਸਮ ਸਹੁੰ ਚੁੱਕਣ ਦੀ ਰਵਾਇਤ ਹੈ, ਪਰ ਮੈਂ ਸਮਝਦਾ ਸਾਡੀ ਰੂਹ ਨਾਲ ਧੋਖਾ ਹੀ ਉਸ ਪਲ ਤੋਂ ਸ਼ੁਰੂ ਹੁੰਦਾ ਹੈ ਜਦੋਂ ਦੋਵੇਂ ਧਿਰਾਂ ਕਸਮਾਂ ਖਾ ਲੈਂਦੀਆਂ ਨੇ ਕਿ ਉਹ ਜੋ ਵੀ ਕਹਿਣਗੀਆਂ ਉਹ ਸੱਚ ਤੇ ਹਕੀਕਤ ਦੀ ਗਵਾਹੀ ਹੋਏਗਾ। ਪਰ ਅਸੂਲਨ ਇਹ ਜ਼ਿੰਮੇਵਾਰੀ ਵਕੀਲ ਤੇ ਇਨਸਾਫ ਕਰਨ ਬੈਠੇ ਕਾਨੂੰਨਗੋ ਦੇ ਹਿੱਸੇ ਹੈ ਕਿ ਉਹ ਆਪਣੇ ਅਕੀਦੇ ਦੀ ਕਸਮ ਮੰਨ ਕੇ ਇਨਸਾਫ ਹੀ ਕਰੇ। ਅੱਜ ਇਸ ਸੋਚ ਨੂੰ ਅਮਲੀ ਜਾਮਾ ਪਵਾਉਣ ਦਾ ਵੱਡਾ ਦਿਹਾੜਾ ਹੈ। ਇਸ ਵਕਤ ਦੋ ਧਿਰਾਂ ਸਾਡੇ ਦਰਮਿਆਨ ਆ ਬੈਠੀਆਂ ਨੇ। ਇਹਨਾਂ ਦਾ ਮਸਲਾ ਕੀ ਹੈ, ਇਹ ਅੱਗੇ ਚੱਲ ਕੇ ਸਭ ਦੇ ਸਾਹਮਣੇ ਹੋਏਗਾ। ਪਰ ਸਾਡੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਇੱਕ ਅਜਿਹਾ ਹੈ ਜਿਸ ਦਾ ਸੰਬੰਧ ਇੱਥੇ ਮੌਜੂਦ ਹਰ ਇੱਕ ਜੀਅ ਨਾਲ ਹੈ। ਸਾਡਾ ਕੇਂਦਰੀ ਜੀਵਨ ਮੁੱਢ ਕਦੀਮੋਂ ਇੱਕ ਢਾਂਚੇ ਵਿੱਚ ਬੱਝਿਆ ਰਿਹਾ ਹੈ। ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਪੈਪਸੂ ਪ੍ਰਾਂਤਾਂ ਦੇ ਗਠਨ ਦੀ ਗੱਲ ਹੋਵੇ ਭਾਵੇਂ, ਜਾਂ ਪਿੰਡਾਂ ਦੀ ਨਵੀਂ ਵੰਡ ਵਿੱਚ ਜਿਹੜਾ ਸ਼ਾਸਨ ਮੁੱਢਲਾ ਸੀ ਉਹ ਪੰਚਾਇਤਾਂ ਹੱਥ ਹੀ ਰਿਹਾ।
ਮੌਜੂਦਾ ਪੰਚਾਇਤੀ ਰਾਜ ਐਕਟ 1993 ਵਿੱਚ ਸਥਾਪਿਤ ਹੋਇਆ, ਪਰ ਬੀਤੇ ਕੁਝ ਸਮੇਂ ਦੌਰਾਨ ਇੱਕ ਮੰਗ ਉੱਠੀ ਸੀ ਪੂਰੇ ਮੁਲਕ ਵਿੱਚ, ਜਿਸ ਦੇ ਕਾਰਨ ਤੱਥ ਤੇ ਵਿਸਥਾਰ ਤੁਸੀਂ ਵੱਖ-ਵੱਖ ਰੈਲੀਆਂ ਵਿੱਚ ਬੀਬੀ ਗੁਰਨਾਜ਼ ਕੌਰ ਜੀ ਦੀ ਅਗਵਾਈ ਵਿੱਚ ਜਾਣ ਚੁੱਕੇ ਹੋ। ਹਾਲਾਂਕਿ ਆਸ ਸੀ ਕਿ ਉਹ ਵੀ ਸਾਡੇ ਵਿੱਚ ਮੌਜੂਦ ਹੋਣਾ ਪਸੰਦ ਕਰਨਗੇ, ਪਰ ਉਹਨਾਂ ਦੇ ਫੈਸਲੇ ਸਾਨੂੰ ਸਿਰ ਮੱਥੇ ਪ੍ਰਵਾਨ ਨੇ। ਭੀੜ ਵਿੱਚ ਕੁਝ ਹਲਚਲ ਹੋਣ ਲੱਗੀ, ਜਿਸ ਨੂੰ ਮਨਜਿੰਦਰ ਸੰਬੋਧਿਤ ਕਰਦਾ ਹੈ। ਭਲਿਓ ਠਰਮਾ ਰੱਖੋ, ਉਹ ਵਿਧਾਨ ਸਭਾ ਦੇ ਮੈਂਬਰ ਨੇ, ਉਹ ਤੁਹਾਡੇ ਹੱਕ 'ਚ ਇਹੋ ਜਿਹੇ ਇਕੱਠ 'ਚ ਨਹੀਂ ਆ ਸਕਦੇ। ਰਿਆਇਆ ਸਿਰਫ ਅਵਾਰਾ ਭੀੜ ਦੇ ਵਾਂਗ ਸਮਝੀ ਜਾਂਦੀ ਹੈ, ਜਿੱਧਰ ਨੂੰ ਉਹ ਇਸ਼ਾਰਾ ਕਰਨ। ਜਿਹੜਾ ਵਿੱਚੋਂ ਵਿਰੋਧ ਕਰੇ ਜਾਂ ਸਵਾਲ ਚੁੱਕੇ, ਉਹਦਾ ਹਸ਼ਰ ਠੀਕ ਉਵੇਂ ਹੀ ਹੁੰਦਾ ਹੈ ਜਿਵੇਂ ਮਰਹੂਮ ਸਰਦਾਰ ਹਰਨਾਮ ਸਿੰਘ ਜੀ ਦੀ ਖਿਲਾਫਤ ਕਰਨ ਵਾਲੇ ਪਰਿਵਾਰਾਂ ਉੱਤੇ ਹੋਇਆ। ਠੰਡ ਰੱਖ ਲਓ, ਹੁਣ ਕੀ ਹੋਇਆ ਉਹ ਨਹੀਂ ਆਏ। ਤੁਹਾਨੂੰ ਸਮਾਂ ਦਿੱਤਾ ਜਾਏਗਾ, ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਕਰ ਸਕਦੇ ਹੋ। ਖੌਫ ਵਾਲੀ ਕੋਈ ਗੱਲ ਨਹੀਂ। ਮੁੱਦੇ ਵੱਲ ਪਰਤੀਏ ਹੁਣ। ਸਾਡੀ ਤਰਾਸਦੀ ਜਿੱਥੋਂ ਸ਼ੁਰੂ ਹੋਈ ਹੈ, ਉਹ ਸਿਰਫ ਇੰਨੀ ਹੈ ਕਿ ਕੇਂਦਰੀ ਕਾਨੂੰਨਾਂ ਦੇ ਪਾਰਿਤ ਹੋਣ ਜਾਂ ਨਾ ਹੋਣ ਵਿੱਚ ਬਹੁਤ ਕੁਝ ਹੋਣਾ ਹਜੇ ਬਾਕੀ ਹੈ। ਉਹਦਾ ਸੰਦਰਭ ਅੱਜ ਇੰਨਾ ਵਿਗਾੜਿਆ ਜਾ ਚੁੱਕਾ ਹੈ ਕਿ ਤੁਸੀਂ ਸਾਰੇ ਆਪੋ ਆਪਣੇ ਕਿੱਤੇ ਰੁਜ਼ਗਾਰ ਛੱਡ ਕੇ ਇੱਧਰ ਦੌੜ ਪਏ। ਕਾਲਜਾਂ ਦੀ ਪੜ੍ਹਾਈਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ, ਜ਼ਿੰਦਗੀਆਂ ਵਿੱਚ ਖੜੋਤ ਆ ਗਈ, ਤੇ ਇਹ ਸਭ ਵਿਚਕਾਰ ਕਾਨੂੰਨੀ ਲੜਾਈਆਂ ਲੜ ਰਹੇ ਬਜ਼ੁਰਗ ਵਕੀਲ ਸਰਦਾਰ ਜਗਦੇਵ ਸਿੰਘ ਦੇ ਬਿਆਨ ਸਪਸ਼ਟ ਕਰ ਰਹੇ ਸਨ ਕਿ ਇਹ ਕੋਈ ਵਿਤਕਰੇ ਨਾਲ ਜੁੜੀ ਘਟਨਾ ਨਹੀਂ, ਸਗੋਂ ਇੱਕ ਵੱਡਾ ਬਦਲਾਅ ਮੁਲਕ ਭਰ ਦੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ। ਬੰਗਾਲ, ਮਹਾਰਾਸ਼ਟਰ, ਹਰਿਆਣਾ ਤੇ ਬਿਹਾਰ ਵੀ ਇਸ ਨਵੇਂ ਢਾਂਚੇ ਦੀ ਮੰਗ ਦਾ ਵਿਰੋਧ ਕਰ ਰਹੇ ਨੇ। ਹੁਣ ਇਸ ਬਾਰੇ ਸਾਨੂੰ ਕੀ ਧਿਆਨ ਦੇਣਾ ਜ਼ਰੂਰੀ ਹੈ, ਸਮਾਂ ਹੋਰ ਕਿੱਧਰ ਧਿਆਨ ਦੇਣਾ ਮੰਗਦਾ ਹੈ, ਇਸ ਸਭ ਉੱਤੇ ਅੱਜ ਵਿਚਾਰਾਂ ਸਾਂਝੀਆਂ ਹੋਣਗੀਆਂ। ਇਸ ਲਈ ਇਸ ਤੋਂ ਪਹਿਲਾਂ ਕਿ ਗੱਲਬਾਤ ਸ਼ੁਰੂ ਹੋਵੇ, ਮੈਂ ਤਾਰੁਫ ਕਰਵਾਉਣਾ ਚਾਹਾਂਗਾ ਅੱਜ ਦੀ ਕਾਰਜਨੀਤੀ ਦੇ ਅੰਗਾਂ ਬਾਰੇ। ਸਾਡੇ ਸਾਹਮਣੇ ਬੈਠੇ ਨੇ ਹਰ ਛੋਟੇ ਤੋਂ ਛੋਟੇ ਧੜੇ ਤੱਕ ਦੇ ਕੁਝ ਰਹਿਨੁਮਾ, ਜਿਹੜੇ ਕਾਗਜ਼ ਕਲਮ ਲੈ ਕੇ ਅਜੋਕੀ ਗੱਲਬਾਤ ਵਿੱਚੋਂ ਨਿਕਲਣ ਵਾਲੇ ਜ਼ਰੂਰੀ ਸਵਾਲਾਤ ਤੇ ਕਿੱਸਿਆਂ ਨੂੰ ਦਰਜ ਕਰਨਗੇ, ਤੇ ਅਖੀਰ 'ਚ ਸਾਰੇ ਸਵਾਲ ਪੁੱਛੇ ਵੀ ਜਾਣਗੇ। ਹਰ ਇੱਕ ਸ਼ਖਸ ਪੂਰੀ ਹਾਜ਼ਰੀ ਦਾ ਜਵਾਬਦੇਹ ਹੋਏਗਾ, ਭਾਵੇਂ ਸਵਾਲ ਕਿੰਨਾ ਹੀ ਮਾਮੂਲੀ ਕਿਉਂ ਨਾ ਹੋਵੇ। ਇਸ ਇਜਲਾਸ ਦੀ ਪ੍ਰਾਪਤੀ ਸਿਰਫ ਤੇ ਸਿਰਫ ਇੱਕ ਹੀ ਹੋਏਗੀ, ਜਾਂ ਤਾਂ ਲੋਕ ਆਪੋ ਆਪਣੇ ਸਧਾਰਨ ਜੀਵਨ ਵੱਲ ਪਰਤਣਗੇ, ਜਾਂ ਇਸ ਇਜਲਾਸ ਤੋਂ ਬਾਅਦ ਵੱਡੇ ਸੰਘਰਸ਼ ਵੱਲ ਕਦਮ ਵਧਾਏ ਜਾਣਗੇ। ਕੀ ਹੁਣ ਇਜਲਾਸ ਆਰੰਭ ਕਰਨ ਦੀ ਇਜਾਜ਼ਤ ਹੈ ਪੰਜਾਬੀਓ? ਪੂਰਾ ਪੰਡਾਲ 4 ਤੋਂ 4.5 ਕਿੱਲੇ ਤੱਕ ਭਰਿਆ ਪਿਆ ਸੀ। ਜੈਕਾਰਿਆਂ ਦੀ ਆਵਾਜ਼ ਦੂਰ ਦੂਰ ਤੱਕ ਗੂੰਜੀ। ਬਹੁਤ ਬਹੁਤ ਧੰਨਵਾਦ ਆਪ ਸਭ ਦਾ। ਹੁਣ ਸਭ ਤੋਂ ਪਹਿਲਾਂ ਮੈਂ ਸੱਦਾ ਦਿੰਦਾ ਹਾਂ ਮੁਜ਼ਾਹਰੇ ਵਾਲੀ ਧਿਰ, ਸਰਦਾਰ ਕੁਲਜਿੰਦਰ ਸਿੰਘ ਆਪਣੀ ਤਕਰੀਰ ਤੇ ਸਵਾਲ ਸ਼ੁਰੂ ਕਰਨ। ਉਹਨਾਂ ਤੋਂ ਬਾਅਦ ਸਰਦਾਰ ਦਮਨਜੀਤ ਸਿੰਘ ਜੀ, ਪੰਜਾਬ ਪੰਚਾਇਤ ਸਭਾ ਦੇ ਮੁਖੀ, ਆਪ ਜੀ ਨੂੰ ਸੰਬੋਧਿਤ ਕਰਨਗੇ। ਉਸ ਤੋਂ ਬਾਅਦ ਡਾਕਟਰ ਅਨਮੋਲਕ ਸਿੰਘ ਜੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਸ ਤੋਂ ਬਾਅਦ ਸਰਦਾਰ ਜਗਦੇਵ ਸਿੰਘ ਇਸ ਕੇਸ ਦੇ ਮੁੱਖ ਵਕੀਲ ਹੋਣ ਦੇ ਨਾਤੇ ਸਾਡੇ ਸਨਮੁਖ ਤੱਥ ਰੱਖਣਗੇ। ਮੈਂ ਉਮੀਦ ਕਰਦਾ ਤੁਸੀਂ ਸਾਰੇ ਅਮਨ ਅਮਾਨ ਦੀ ਮਰਿਆਦਾ ਕਾਇਮ ਰੱਖੋਗੇ। ਕੋਈ ਵੀ ਭੜਕਾਊ ਨਾਰਾ, ਕੌਮੀ ਨਾਰਾ, ਫਿਰਕਾ ਪ੍ਰਸਤੀ ਨਾਰਾ ਨਹੀਂ ਲਗਾਏਗਾ। ਤੇ ਇੱਕ ਗੱਲ ਖਾਸ ਤੌਰ ਤੇ ਐਲਾਨ ਕਰਨ ਜਾ ਰਿਹਾ, ਇਹ ਗੱਲ ਨਾ ਸਿਰਫ ਵਿਦਿਆਰਥੀ ਸੰਗਠਨ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੇ ਨਾਲ ਦੇ ਵੀਰਾਂ ਲਈ ਹੈ, ਬਲਕਿ ਵਿਰੋਧੀਆਂ ਲਈ ਵੀ ਬਰਾਬਰ ਤਾਕੀਦ ਹੈ। ਜਿਹਨੂੰ ਵੀ ਸਾਡੇ ਪੱਖ ਦੀ ਗੱਲ ਸਹਿਮਤੀ ਲਾਇਕ ਲੱਗੇ, ਉਹ ਅੱਜ ਤੋਂ ਬਾਅਦ ਸਾਡੇ ਕਿਸੇ ਵੀ ਸਮਾਗਮ ਵਿੱਚ ਨਾ ਆਉਣ। ਸਾਰੇ ਹੈਰਾਨ ਹੋਏ ਕਿ ਇਹ ਕੀ ਕਹਿਣਾ ਚਾਹ ਰਿਹਾ। ਉਹਨੇ ਗੱਲ ਜਾਰੀ ਰੱਖੀ, ਸਾਡਾ ਮੰਨਣਾ ਸਾਫ਼ ਤੇ ਸਪਸ਼ਟ ਹੈ, ਰਾਜਤੰਤਰ ਸਿਰਫ ਤੇ ਸਿਰਫ ਜ਼ਿੰਮੇਵਾਰ ਲੋਕਾਂ ਦੀ ਕਾਰਗੁਜ਼ਾਰੀ ਮੰਗਦੇ ਨੇ, ਤੇ ਭੀੜ ਤੰਤਰ ਵਿੱਚੋਂ ਸਿਰਫ ਅਰਾਜਕਤਾ ਹੀ ਨਿਕਲਦੀ ਹੈ। ਰਾਜਤੰਤਰ ਤੋਂ ਬਾਗੀ ਹੋਏ ਲੋਕਾਂ ਦੀ ਫੈਲਾਈ ਅਰਾਜਕਤਾ ਹਮੇਸ਼ਾ ਨਵਾਂ ਪ੍ਰਜਾਤੰਤਰ ਖੜਾ ਕਰਦੀ ਹੈ। ਪਰ ਭੀੜ ਤੰਤਰ ਵੱਲੋਂ ਫੈਲਾਈ ਗਈ ਅਰਾਜਕਤਾ ਨਾ ਸਿਰਫ ਭੀੜ ਦੀ ਊਰਜਾ, ਭਾਵਨਾ ਤੇ ਮਕਸਦ ਨੂੰ ਬਰਬਾਦ ਕਰਦੀ ਹੈ, ਸਗੋਂ ਸੰਭਾਵਿਤ ਸਿਰਜਣਾਤਮਕ ਸਮਾਜ ਦੀ ਉਸਾਰੀ ਨੂੰ ਮਲੀਆ ਮੇਟ ਕਰਕੇ ਰੱਖ ਦਿੰਦੀ ਹੈ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਲਈ ਭੀੜ ਇਕੱਠੀ ਕੋਈ ਕਰੇ ਜਾਂ ਸਾਡੇ ਲਈ ਕੋਈ ਮੰਗਾਂ ਮੰਗੀਆਂ ਜਾਣ। ਸਾਡੇ ਲਈ ਜੋ ਜ਼ਰੂਰੀ ਹੋਏਗਾ, ਅਸੀਂ ਆਪਣੀ ਲੜਾਈ ਖੁਦ ਲੜਨ ਦੀ ਕਾਬਲੀਅਤ ਰੱਖਦੇ ਹਾਂ। ਗੱਲ ਮੁਕੰਮਲ ਸਮਝ ਆਈ?
ਭੀੜ ਇਕੱਲੀ ਸਾਹਮਣੇ ਬੈਠੀ ਹੀ ਨਹੀਂ, ਸਰਕਾਰੀ ਤੰਤਰ ਤੇ ਕੇਂਦਰੀ ਸਭਾਵਾਂ ਵੀ ਇਸ ਇਕੱਠ ਉੱਤੇ ਕੇਂਦਰੀ ਨਜ਼ਰ ਰੱਖ ਕੇ ਬੈਠੀਆਂ ਨੇ। ਸਾਹਮਣੇ ਜੋ ਹੋਣ ਜਾ ਰਿਹਾ ਸੀ ਸਭ ਨਵੇਕਲਾ ਸੀ। ਕੁਲਜਿੰਦਰ ਉੱਠ ਕੇ ਖੜਾ ਹੁੰਦਾ ਹੈ। ਸਾਹਮਣੇ ਵਿਰੋਧੀ ਧਿਰ ਵਜੋਂ ਸਿਰਫ ਸਰਦਾਰ ਹਰਚਰਨ ਸਿੰਘ, ਸੁਰਜੀਤ ਸਿੰਘ ਤੇ ਗੁਰਚਰਨ ਸਿੰਘ ਨਜ਼ਰੀ ਆ ਰਹੇ ਸੀ, ਜਿਨ੍ਹਾਂ ਬਾਰੇ ਹਜੇ 2 ਦਿਨਾਂ ਵਿੱਚ ਹੀ ਕਿਤਾਬ ਪੜ੍ਹ ਕੇ ਜਾਣ ਰਿਹਾ ਸੀ। ਕੁਝ ਸਮਝ ਨਹੀਂ ਸੀ ਆ ਰਿਹਾ ਭਾਵੇਂ, ਪਰ ਅੰਦਰ ਇੰਨਾ ਕੁ ਡਰ ਜ਼ਰੂਰ ਸੀ ਕਿ ਇੱਥੇ ਸਿਆਸੀ ਬੋਲੀ ਨਹੀਂ, ਦਿਲ ਦੀ ਆਵਾਜ਼ ਸੁਣਨੀ ਪਏਗੀ। ਪਰ ਸਾਹਮਣੇ ਉਹਨਾਂ ਲੋਕਾਂ ਦਾ ਇਕੱਠ ਸੱਚੀ ਦਿਲ ਕੰਬਾ ਰਿਹਾ ਸੀ, ਜਿਹੜੇ ਇੰਨੇ ਸਮੇਂ ਤੋਂ ਕਦਮ ਦਰ ਕਦਮ ਮਿਲਾਉਂਦੇ ਤੁਰੇ ਆ ਰਹੇ ਸੀ। ਜਾਇਜ਼ ਨਾਜਾਇਜ਼ ਹਰ ਤਰੀਕੇ ਵਰਤ ਕੇ ਪੰਜਾਬ ਦਾ ਮਾਹੌਲ ਦਹਿਸ਼ਤ ਅਧੀਨ ਕੀਤਾ ਹੋਇਆ ਸੀ। ਬਹੁਤੇ ਉਲਾਰੂ ਤੇ ਹੁਣ ਵੀ ਇਸ਼ਾਰਾ ਭਾਲ ਰਹੇ ਸੀ ਕਿ ਕਦੋਂ ਕੋਈ ਬਹਾਨਾ ਮਿਲੇ, ਕੋਈ ਇੱਕ ਆਵਾਜ਼ ਆਵੇ ਤੇ ਬਾਕੀ ਕੰਮ ਭਗਦੜ ਨੇ ਕਰ ਦੇਣਾ। ਪਰ ਕੁਲਜਿੰਦਰ ਦਾ ਦਿਲੋਂ ਦਿਮਾਗ ਸੁੰਨ ਹੋ ਰਿਹਾ ਸੀ। ਸਾਰੀ ਹਾਜ਼ਰੀ ਹੈਰਤ ਵਿੱਚ ਸੀ। ਐਡਵੋਕੇਟ ਸੁਰਜੀਤ ਸਿੰਘ ਕਹਿਣ ਲੱਗੇ, ਪੁੱਤਰ ਨਿਝੱਕ ਹੋ ਕੇ ਬੋਲ ਜੋ ਵੀ ਕਹਿਣਾ ਹੈ। ਘਬਰਾ ਨਾ, ਅੱਜ ਤੂੰ ਜ਼ਮੀਰ ਦੀ ਸੁਣ, ਭਾਵੇਂ ਦਿਮਾਗੀ ਫਤੂਰ ਦੀ ਸੁਣ, ਭਾਵੇਂ ਚੱਲਣੀ ਸਾਰੀ ਅਕੀਦਤ ਹੀ ਹੈ। ਇਸ ਲਈ ਆਪਣੀ ਦਿਲ ਦੀ ਰੀਝ ਪੂਰੀ ਕਰੀ। ਇਹ ਗੱਲ ਇੱਕ ਵੰਗਾਰ ਵਾਂਗ ਚੁੱਭੀ ਕੁਲਜਿੰਦਰ ਨੂੰ। ਕੁਲਜਿੰਦਰ ਵੀ ਸਮਝ ਗਿਆ ਤੇ ਸਾਹ ਭਰ ਕੇ ਸੁਚੇਤ ਅਵਸਥਾ ਵਿੱਚ ਖੜ ਗਿਆ। ਹੁਣ ਕੁਲਜਿੰਦਰ ਦੀ ਤਕਰੀਰ ਇਸ ਐਲਾਨਨਾਮੇ ਦੀ ਪਹਿਲੀ ਕੜੀ ਹੋਏਗੀ। ਇਹ ਕੜੀ ਅਗਲੇ ਤੱਥਾਂ, ਵਿਚਾਰਾਂ ਤੇ ਸੰਭਾਵਨਾਵਾਂ ਦੇ ਨਾਲ ਜੁੜ ਕੇ ਇੱਕ ਸਮੂਹਿਕ ਵਿਚਾਰ ਸਿਰਜਣਗੀਆਂ। ਉਹ ਸਮੂਹਿਕ ਵਿਚਾਰ ਸਮਾਜ ਦਾ ਦ੍ਰਿਸ਼ ਬਣਨਗੀਆਂ। ਸਮਾਜ ਦਾ ਦ੍ਰਿਸ਼ ਕਿਹੜੀ ਸੰਭਾਵਨਾਵਾਂ ਨੂੰ ਖਤਮ ਕਰਨ ਜਾ ਰਿਹਾ ਹੈ ਤੇ ਕਿਹਨਾਂ ਨੂੰ ਲੈ ਕੇ ਜਾਗ ਰਿਹਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਜ਼ਰੂਰੀ ਤਾਂ ਹੈ ਹੀ। ਇਹ ਅਗਲੇ ਸਫ਼ਰ ਵੱਲ, ਭਾਵ ਅਗਲੇ ਐਪੀਸੋਡਾਂ ਵੱਲ ਵਧਣ ਲਈ ਖਾਸ ਮੋੜ ਹੈ। ਉਮੀਦ ਕਰਦਾ ਅਗਲੇ ਮੋੜ 'ਤੇ ਤੁਸੀਂ ਜ਼ਰੂਰ ਮਿਲੋਗੇ। ਮਿਲਦੇ ਹਾਂ 10ਵੇਂ ਐਪੀਸੋਡ ਦੇ ਵਿੱਚ। ਸ਼ੁਕਰੀਆ ਜੀ।